सतगुर की जिसनु मत आवे सो सतगुर महि समाना। एह बाणी जो जियो जाने तिस अंतर रवे हर नाम। बाणी गुरु गुरु है बाणी विच बाणी अमृत सारे। गुरबाणी कहे सेवक जन मानै परतख गुरु निस्तारे। बाणी बिरलो विचारसी जे को गुरमुख होए। एह बाणी महापुरख की निज घर वासा होए। राग गौड़ी पूरबी महला पंजवा एक ओंकार सतगुर प्रसाद। किन बिद मिलै गुसाई मेरे राम राय। कोई ऐसा संत सहज सुख दाता मोहे मार्ग दे बताई। रहाओ अंतर अलख ना जाई लखिया विच पड़दा हाँ मैं पाई। माया मोह सबो जग सोया एह परम कहो क्यों जाई। एका संगत इकत गृह बसते मिल बात न करते पाई। एक बस्त बिन पंच दोहेले ओह बस्त अगोचर ठाई। जिसका गृह तिन दिया ताला
ਕੁੰਜੀ ਗੁਰ ਸੌਂਪਾਈ, ਅਨਕ ਉਪਾਵ ਕਰੇ ਨਹੀਂ ਪਾਵੈ। ਬਿਨ ਸਤ ਗੁਰ ਸ਼ਰਨਾਈ, ਜਿਨ ਕੇ ਬੰਧਨ ਕਾਟੇ ਸਤ ਗੁਰ। ਤਿਨ ਸਾਧ ਸੰਗਤ ਲਿਵ ਲਾਈ, ਪੰਚ ਜਨਾ ਮਿਲ ਮੰਗਲ ਗਾਇਆ। ਹਰ ਨਾਨਕ ਭੇਦ ਨਾ ਪਾਈ, ਮੇਰੇ RAM ਰਾਏ। ਇਨ ਬਿਦ ਮਿਲੈ ਗੁਸਾਈ, ਸਹਿਜ ਭਇਆ। ਭਰਮ ਖਿਨ ਮੈਂ ਨਾਠ, ਮਿਲ ਜੋਤੀ ਜੋਤ ਸਮਾਈ। ਮੇਰੇ RAM ਰਾਏ, ਇਨ ਬਿਦ ਮਿਲੈ ਗੁਸਾਈ, ਸਹਿਜ ਭਇਆ। ਭਰਮ ਖਿਨ ਮੈਂ ਨਾਠ, ਮਿਲ ਜੋਤੀ ਜੋਤ ਸਮਾਈ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਰਾਗ ਗੌੜੀ ਪੂਰਬੀ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। 204 205 ਅੰਗ ਤੇ ਦਰਜ ਹੈ। ਇਸ ਬਾਮਣ ਸ਼ਬਦ ਦੀ ਵਿਚਾਰ ਭਾਈ ਨਿਸ਼ਾਨ ਸਿੰਘ ਜੀ ਗੰਡੀ ਵਿੰਡ, ਹੈਡ ਗ੍ਰੰਥੀ ਸਾਹਿਬ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਝਬਾਲ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਆਪ ਜੀ ਦਾ ਸਮਾਂ ਹੈ ਸਾਡੇ ਪਾਸ। ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਅੰਮ੍ਰਿਤ ਦਾ ਬਾਟਾ ਹਰ ਐਤਵਾਰ 11 ਵਜੇ ਤਿਆਰ ਹੁੰਦਾ ਹੈ। ਕੇਸੀ ਇਸ਼ਨਾਨ ਕਰਕੇ ਪਹੁੰਚੋ, ਗੁਰੂ ਵਾਲੇ ਬਣੋ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪਿਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਘਰਾਂ ਦੇ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਇਸ ਮਹੀਨੇ ਦੀ ਸੰਗਰਾਂਦ 16 ਤਰੀਕ ਨੂੰ ਹੈ। ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ 17 ਤਰੀਕ ਨੂੰ ਹੈ। 17 ਤਰੀਕ ਦੇ ਵਿਸ਼ੇਸ਼ ਸਮਾਗਮ ਸੀਸਗੰਜ ਸਾਹਿਬ ਹੋਣਗੇ। 17 ਤਰੀਕ ਨੂੰ ਹੀ ਨਗਰ ਕੀਰਤਨ ਸਜੇਗਾ, ਜੋ ਸੀਸਗੰਜ ਸਾਹਿਬ ਤੋਂ ਆਰੰਭ ਹੋ ਕੇ ਬੰਗਲਾ ਸਾਹਿਬ ਹੁੰਦਿਆਂ ਹੋਇਆਂ ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚੇਗਾ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਵੀ ਮਨਾਏ ਜਾਣਗੇ। 18 ਤਰੀਕ ਦਾ ਜੋ ਵਿਸ਼ੇਸ਼ ਸਮਾਗਮ ਹੈ
ਉਹ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲਖੀ ਸ਼ਾਹ ਵਣਜਾਰਾ ਹਾਲ ਅੰਦਰ ਸਜੇਗਾ। ਗੁਰੂ ਨੌਵੇਂ ਪਾਤਸ਼ਾਹ ਜੀ ਨੇ ਸ਼ਹਾਦਤ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਤਾ ਗੱਦੀ ਗੁਰਿਆਈ ਬਖਸ਼ੀ। ਸੋ ਕਲਗੀਧਰ ਪਾਤਸ਼ਾਹ ਜੀ ਦਾ ਗੁਰਿਆਈ ਗੁਰਪੁਰਬ 15 ਤਰੀਕ ਨੂੰ ਹੈ। ਇਹਨਾਂ ਸਾਰੇ ਸਮਿਆਂ ਤੇ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ। ਇਹਨਾਂ ਸਮਿਆਂ ਤੇ ਆਪ ਜੀ ਨੇ ਲੰਗਰਾਂ ਦੀ ਸੇਵਾ ਕਰਨੀ ਹੈ, ਹੋਣੀ ਵੀ ਚਾਹੀਦੀ ਹੈ। ਪਰ ਮੇਰੀ 2 ਹੱਥ ਜੋੜ ਕੇ ਬੇਨਤੀ ਹੈ ਕਿ ਇਸ ਨੂੰ ਆਪਾਂ ਅੱਧਾ ਕਰ ਲਈਏ, ਅੱਧਾ ਖਰਚਾ ਲੰਗਰਾਂ ਤੇ ਕਰੀਏ, ਅੱਧਾ ਖਰਚਾ ਬਚਾ ਕੇ ਜੋ ਗਰੀਬ ਸਿੱਖ ਨੇ ਉਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਖਰਚੀਏ। ਅੱਜ ਸਾਰਾ ਪੰਜਾਬ ਕ੍ਰਿਸਚਨ ਹੋ ਚੱਲਿਆ ਹੈ। ਸਿਰਫ ਇੱਕੋ ਹੀ ਲਾਲਚ ਉਹ ਲੋਕ ਦਿੰਦੇ ਨੇ ਕਿ ਅਸੀਂ ਤੁਹਾਡੇ ਬੱਚਿਆਂ ਨੂੰ ਫ੍ਰੀ ਪੜ੍ਹਾਵਾਂਗੇ, ਤੇ ਸਾਨੂੰ ਕੀ ਮੁਸ਼ਕਲ ਹੈ, ਅਸੀਂ ਕਿਉਂ ਨਹੀਂ ਪੜ੍ਹਾ ਸਕਦੇ। ਅਸੀਂ ਥੋੜ੍ਹਾ ਜਿਹਾ ਸੇਵਾ ਦਾ ਢੰਗ ਬਦਲ ਲਈਏ, ਅੱਧੀ ਮਾਇਆ ਲੰਗਰਾਂ ਤੇ ਖਰਚੀਏ, ਅੱਧੀ ਮਾਇਆ ਐਜੂਕੇਸ਼ਨ ਤੇ ਖਰਚੀਏ। ਦੂਸਰੀ ਬੇਨਤੀ ਹੈ ਕਿ ਲੰਗਰ ਦਾ ਜਿਹੜਾ ਅਸੀਂ ਇਹ ਰੂਪ ਬਣਾ ਲਿਆ ਹੈ ਕਿ ਬ੍ਰੈਡ ਪਕੌੜੇ, ਪਨੀਰ ਪਕੌੜੇ, ਆਲੂ ਪੂੜੀ, ਛੋਲੇ ਪੂੜੀ, ਸਮੋਸੇ, ਇਹ ਪਾਪ ਹੈ। ਆਪਣੀ ਸਿਹਤ ਖਰਾਬ ਕਰਨੀ, ਲੋਕਾਂ ਦੀ ਸਿਹਤ ਖਰਾਬ ਕਰਨੀ, ਇਹ ਸਾਡੇ ਗੁਰੂ ਦਾ ਸਿਧਾਂਤ ਹੀ ਨਹੀਂ ਹੈ। ਆਪ ਜੀ ਨੇ ਵੀ ਪੜ੍ਹਿਆ, ਮੈਂ ਵੀ ਛੋਟੇ ਹੁੰਦਿਆਂ ਪੜ੍ਹਿਆ, ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਗੁਰੂ ਨਾਨਕ ਸਾਹਿਬ ਨੇ ਸਮੋਸੇ ਨਹੀਂ ਸੀ ਖਵਾਏ ਸਾਧੂਆਂ ਨੂੰ, ਜਾ ਕੇ ਲੰਗਰ ਛਕਾਇਆ ਸੀ। ਤੁਸੀਂ ਵੀ ਛਕਾਓ। ਐਸੀ ਉੱਤਮ ਜਿਹੜੀ ਖੁਰਾਕ ਹੈ ਉਹ ਸਾਡੇ ਲੰਗਰ ਦਾ ਹਿੱਸਾ ਹੋਣੀ ਚਾਹੀਦੀ ਕਿ ਦੁਨੀਆ ਇਸ ਗੱਲ ਨੂੰ ਸੁਨੇਹਾ ਦੇਵੇ ਕਿ ਲੰਗਰ ਤੇ ਭਾਈ ਸਿੱਖ ਵੀ ਲਾਉਂਦੇ ਨੇ, ਪਰ ਉਹ ਐਸੀਆਂ ਚੀਜ਼ਾਂ ਨਹੀਂ ਦੁਨੀਆ ਨੂੰ ਖਵਾਉਂਦੇ ਕਿ ਖਾਣ ਵਾਲੇ ਹਸਪੀਟਲ ਜਾਣਾ ਸ਼ੁਰੂ ਕਰ ਦੇਣ। ਅਗਰ ਇਹ ਚੱਲਣ ਰਿਹਾ ਤੇ ਜਿਹੜੇ ਗੁਰਦੁਆਰਿਆਂ ਦੇ ਨਾਲ ਹਸਪੀਟਲ ਡਿਸਪੈਂਸਰੀਆਂ ਬਣ ਰਹੀਆਂ ਨੇ, ਇਹਨਾਂ ਨੂੰ ਪੇਸ਼ੈਂਟ ਬਾਹਰੋਂ ਨਹੀਂ ਲੱਭਣੇ ਪੈਣੇ, ਗੁਰਦੁਆਰੇ ਤੋਂ ਹੀ ਸਪਲਾਈ ਸ਼ੁਰੂ ਹੋ ਜਾਣੀ ਵੀ ਇੱਥੇ ਖਾ ਲਓ, ਇੱਥੇ ਦਵਾਈ ਲੈ ਲਓ। ਸੋ ਆਪਾਂ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੇ ਦਾਨ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਇਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਨਿਰੰਕਾਰੀ ਨਿਰੰਜਣੀ ਜੋਤ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 8ਵੇਂ ਜੋਤੀ ਸਰੂਪ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦੀਨ ਦੁਨੀਆ ਦੇ ਵਾਲੀ
ਗਿਆਨ ਦੇ ਸਾਗਰ, ਸਰਬ ਸ਼ਕਤੀਮਾਨ, ਰੂਹਾਨੀਅਤ ਦੇ ਮੁਜੱਸਮੇ, ਸਮੁੱਚੀ ਮਾਨਵਤਾ ਦੇ ਰਹਿਬਰ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਅਤੇ ਵੱਖ-ਵੱਖ ਟੀਵੀ ਚੈਨਲਾਂ ਦੇ ਮਾਧਿਅਮ ਰਾਹੀਂ ਬੜੀ ਇਕਾਗਰਤਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਵਾਸਤੇ ਜੁੜ ਬੈਠੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਵਡਭਾਗੜੇ ਹੋ, ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਤਥਾ ਅਸਕੀ ਵਾਰ ਦੇ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਓ ਸਤਿਗੁਰਾਂ ਦੀ ਕਿਰਪਾ ਦੇ ਨਾਲ ਜੋ ਲੜੀਵਾਰ ਸ਼ਬਦ ਦੀ ਵਿਚਾਰ ਸਾਂਝ ਹੋਣੀ ਹੈ, ਤਿਸ ਦੇ ਮੂਲ ਪਾਠ ਆਪ ਜੀ ਨੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਦੀ ਰਸਨਾ ਤੋਂ ਸਰਵਣ ਕੀਤੇ ਹਨ। ਔਰ ਆਪਾਂ ਅਲਪਗ ਬੁੱਧੀ ਵਾਲੇ ਜੀਵ ਹਾਂ, ਸਾਡੀ ਇੰਨੀ ਮਤ ਬੁੱਧ ਨਹੀਂ ਕਿ ਅਸੀਂ ਸਤਿਗੁਰਾਂ ਦੇ ਜੋ ਅੰਮ੍ਰਿਤ ਬੋਲ ਨੇ ਉਹਨਾਂ ਨੂੰ ਪੂਰੇ ਸੂਰੇ ਰੂਪ ਦੇ ਵਿੱਚ ਸਮਝ ਜਾਂ ਸਮਝਾ ਸਕੀਏ। ਪਰ ਫਿਰ ਵੀ ਸਾਡੀ ਇੱਕ ਕੋਸ਼ਿਸ਼ ਹੋਣੀ ਚਾਹੀਦੀ ਹੈ, ਤਰਲਾ ਹੋਣਾ ਚਾਹੀਦਾ ਹੈ ਕਿ ਸਤਿਗੁਰੂ ਜੀ, ਇਹ ਜੋ ਅਗੰਮੀ ਬਾਣੀ ਹੈ, ਇਹ ਜੋ ਰੂਹਾਨੀਅਤ ਪ੍ਰਦਾਨ ਕਰਨ ਵਾਲੇ ਤੁਹਾਡੇ ਅੰਮ੍ਰਿਤ ਬੋਲ ਨੇ, ਇਹਨਾਂ ਅੰਮ੍ਰਿਤ ਬਚਨਾਂ ਦੀ ਸਾਨੂੰ ਵਿਚਾਰ ਸਾਂਝ ਕਰਨ ਦਾ ਢੰਗ ਆ ਜਾਵੇ। ਅਸੀਂ ਆਪ ਜੀ ਦੇ ਅੰਮ੍ਰਿਤ ਬਚਨਾਂ ਨੂੰ ਠੀਕ ਢੰਗ ਨਾਲ ਪੜ੍ਹ ਸੁਣ ਸਮਝ ਕੇ ਅਮਲ ਵਿੱਚ ਲਿਆ ਸਕੀਏ। ਸੋ ਐਸੀ ਬਖਸ਼ਿਸ਼ ਤਾਂ ਹੀ ਹੋ ਸਕਦੀ ਹੈ ਜੇ ਸਾਡੇ ਪਾਸ ਸਤਿਗੁਰਾਂ ਦੀ ਅਸੀਸ ਜੋ ਚੜ੍ਹਦੀ ਕਲਾ ਦੀ ਪ੍ਰਤੀਕ ਵੀ ਹੈ, ਇਸ ਦੀ ਪ੍ਰਾਪਤੀ ਹੋ ਜਾਵੇ। ਇਸ ਲਈ ਬੜੇ ਅਦਬ ਦੇ ਨਾਲ, ਬੜੇ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਆਪ ਜੀ ਨੇ ਜਿਸ ਗੁਰਵਾਕ ਦੇ ਮੁਬਾਰਕ ਪਾਠ ਸਰਵਣ ਕੀਤੇ ਹਨ, ਇਹ ਅੰਮ੍ਰਿਤ ਫਰਮਾਨ ਕਲਯੁਗ ਦੇ ਜਹਾਜ਼, ਸ਼ਹੀਦਾਂ ਦੇ ਸਿਰਤਾਜ, ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਰਾਗ ਗੌੜੀ ਪੂਰਬੀ ਦੇ ਅੰਦਰ ਉਚਾਰਨ ਕੀਤਾ ਹੋਇਆ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਗ 204 ਤੋਂ ਆਰੰਭ ਹੋ ਕੇ ਅੰਗ 205 ਦੇ ਉੱਪਰ ਸੰਪੰਨ ਹੁੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ, ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਅਸਾਂ ਜੀਵਾਂ ਨੂੰ ਬੜੇ ਹੀ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਅਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਛੋਟੇ ਮੰਗਲ ਸਰੂਪ ਦੇ ਰਾਹੀਂ ਤਰਸ ਕਰਦਿਆਂ ਹੋਇਆਂ ਸਾਨੂੰ ਸਮਝਾਇਆ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਥੋੜ੍ਹੀ ਜਿਹੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇੱਕ ਓੰਕਾਰ ਦੇ ਬਾਬਤ ਕੁਝ ਜਾਣਕਾਰੀ ਪ੍ਰਾਪਤ ਕਰ ਸਕੀਏ। ਗੁਰਮੁਖੋ, ਦੁਨੀਆ ਦੇ ਅੰਦਰ ਬਹੁਤ ਸਾਰੀਆਂ ਭਾਸ਼ਾ ਹੋ ਸਕਦੀਆਂ ਨੇ, ਹਨ ਵੀ ਨੇ, ਪਰ ਇਹ ਜਿਹੜੀਆਂ ਭਾਸ਼ਾਵਾਂ ਨੇ, ਇਹਨਾਂ ਨੂੰ ਲਿਖਣ ਦੇ, ਸਾਂਝ ਕਰਨ ਦੇ 3 ਢੰਗ ਹੁੰਦੇ ਨੇ। ਹੋ ਸਕਦਾ ਇਸ ਤੁਹਾਡੇ ਚੈਨ ਦੇ ਵਿੱਚ ਇਹ ਗੱਲ ਆ ਗਈ ਹੋਵੇ। ਭਾਸ਼ਾਵਾਂ ਭਾਵੇਂ ਕਿੰਨੀਆਂ ਵੀ ਹੋਣ, ਪਰ ਇਹਨਾਂ ਭਾਸ਼ਾਵਾਂ ਨੂੰ ਲਿਖਣ ਦੇ ਢੰਗ, ਸਾਂਝ ਕਰਨ ਦੇ ਢੰਗ 3 ਹੀ ਹੁੰਦੇ ਨੇ। ਜਿਵੇਂ ਅਸੀਂ ਕਹਿ ਲਈਏ ਗਣਿਤ ਵਿਦਿਆ, ਅੱਖਰੀ ਵਿਦਿਆ ਅਤੇ ਜੋਮੈਟਰੀ ਵਿਦਿਆ, ਜਿਹਨੂੰ ਅਸੀਂ ਰੇਖਾ ਚਿੱਤਰ ਕਹਿ ਦਿੰਦੇ ਹਾਂ। ਦੂਰ ਅੰਦੇਸ਼ੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕਰਕੇ ਜਦੋਂ ਇੱਕ ਓੰਕਾਰ ਜੋ ਸਾਡਾ ਬੀਜ ਮੰਤਰ ਹੈ ਸਿੱਖੀ ਦਾ,
ਇਸ ਦੀ ਰਚਨਾ ਕੀਤੀ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਲਿਖਿਆ ਹਿੰਦਸੇ ਵਾਲਾ, ਮੈਥ ਵਾਲਾ, ਕਿਉਂਕਿ ਇਸ ਇੱਕ ਦੇ ਅਰਥ ਜਦੋਂ ਵੀ ਅਸੀਂ ਕਰਾਂਗੇ ਇੱਕ ਹੀ ਹੋਣਗੇ। ਉਸ ਤੋਂ ਬਾਅਦ ਵਿੱਚ ਸਤਿਗੁਰਾਂ ਨੇ ਊੜੇ ਨੂੰ ਹੋੜਾ ਪਾ ਕੇ ਜਿਹੜਾ ਹੈ ਉਹ ਅੰਕਿਤ ਕੀਤਾ ਹੋਇਆ ਹੈ। ਇਹ ਅੱਖਰੀ ਵਿਦਿਆ ਹੈ। ਔਰ ਜਦੋਂ ਅਸੀਂ ਬੋਲਦੇ ਹਾਂ ਔਰ ਜੋ ਉੱਪਰਲੇ ਪਾਸੇ ਖੁੱਲ੍ਹੇ ਮੂੰਹ ਵਾਲਾ ਹੈ ਉਹ ਸੰਸਕ੍ਰਿਤ ਭਾਸ਼ਾ ਦਾ ਪਿਛੇਤਰ ਹੈ, ਜਿਸ ਨੂੰ ਕਾਰ ਕਿਹਾ ਜਾਂਦਾ ਹੈ, ਬਲਕਿ ਨਿਰੰਤਰ ਇੱਕ ਰਸ। ਜਿਵੇਂ ਅਸੀਂ ਕਿਸੇ ਚੀਜ਼ ਦੇ ਬਾਰੇ ਵਿੱਚ ਦੂਜਿਆਂ ਨੂੰ ਦਰਸਾਉਣਾ ਹੋਵੇ ਕਿ ਗੁਰੂ ਕਾ ਲੰਗਰ ਕਿਸ ਪਾਸੇ ਹੈ, ਗੁਰ ਅਸਥਾਨ ਕਿਸ ਪਾਸੇ ਹੈ, ਤੇ ਅਸੀਂ ਇੱਕ ਤੀਰ ਦਾ ਨਿਸ਼ਾਨ ਬਣਾ ਕੇ ਉੱਪਰ ਲਿਖ ਦਿੰਦੇ ਹਾਂ ਗੁਰਦੁਆਰਾ ਸਾਹਿਬ ਜਾਂ ਗੁਰੂ ਕਾ ਲੰਗਰ। ਉਹ ਜੋ ਤੀਰ ਦਾ ਨਿਸ਼ਾਨ ਹੈ ਉਹ ਸਾਨੂੰ ਸੰਕੇਤ ਦਿੰਦਾ ਹੈ, ਸਮਝਾਉਂਦਾ ਹੈ ਕਿ ਭਾਈ ਗੁਰਦੁਆਰਾ ਸਾਹਿਬ ਇਸ ਪਾਸੇ ਹੈ, ਗੁਰੂ ਕਾ ਲੰਗਰ ਇਸ ਪਾਸੇ ਹੈ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਗਣਿਤ ਵਿਦਿਆ, ਅੱਖਰੀ ਵਿਦਿਆ ਔਰ ਇਹ ਜੋ ਜਮੈਟਰੀ ਵਿਦਿਆ, ਰੇਖਾ ਚਿੱਤਰ ਹੈ, ਤਿੰਨਾਂ ਦਾ ਸੁਮੇਲ ਇੱਕ ਓਅੰਕਾਰ ਦੇ ਵਿੱਚ ਕੀਤਾ ਹੈ। ਫਿਰ ਜੋ ਵਾਹਿਗੁਰੂ ਅਕਾਲ ਪੁਰਖ ਇੱਕ ਹੈ, ਇਹ ਸਾਰੇ ਦਾ ਸਾਰਾ ਪਸਾਰਾ ਵੀ ਉਸੇ ਦਾ ਹੀ ਰੂਪ ਹੈ। ਇਹ ਨਹੀਂ ਹੈ ਕਿ ਵਾਹਿਗੁਰੂ ਅਕਾਲ ਪੁਰਖ ਹੋਰ ਹੈ ਅਤੇ ਪਸਾਰਾ ਕਿਸੇ ਹੋਰ ਦਾ ਹੈ। ਉਸਨੇ ਆਪਣੀ ਮੌਜ ਦੇ ਵਿੱਚ ਇਹ ਸਾਰੀ ਕਾਇਨਾਤ ਨੂੰ ਸਿਰਜਿਆ ਹੋਇਆ ਹੈ ਔਰ ਉਸ ਕਾਦਰ ਨੇ ਆਪਣੇ ਆਪ ਨੂੰ ਨਿਰੰਤਰ ਇਸ ਦੇ ਅੰਦਰ ਟਿਕਾਇਆ ਹੋਇਆ ਹੈ। ਉਹ ਇੱਕ ਰਸ ਵਿਆਪਕ ਵੀ ਹੈ, ਇਹ ਨਹੀਂ ਕਿਸ ਤੋਂ ਵੱਖਰਾ ਹੈ। ਇੱਕ ਓਅੰਕਾਰ, ਵਾਹਿਗੁਰੂ ਅਕਾਲ ਪੁਰਖ ਇੱਕ ਹੈ। ਇਹ ਜੋ ਕੁਝ ਵੀ ਦ੍ਰਿਸ਼ਟਮਾਨ ਹੈ ਇਹ ਉਸ ਦਾ ਹੀ ਪਸਾਰਾ ਹੈ ਔਰ ਇਸ ਸਾਰੇ ਪਸਾਰੇ ਦੇ ਵਿੱਚ ਆਪ ਹੀ ਉਹ ਨਿਰੰਤਰ ਵਸ ਰਿਹਾ ਹੈ, ਕਿਉਂਕਿ ਇਸ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸਾਡੇ ਜ਼ਿੰਦਗੀ ਦਾ ਇੱਕ ਮੂਲ ਹੈ, ਇੱਕ ਤੱਤ ਹੈ, ਇਹ ਸਾਡੀ ਹੋਂਦ ਹੈ, ਇੱਕ ਓਅੰਕਾਰ। ਔਰ ਇਸ ਇੱਕ ਓਅੰਕਾਰ ਨੇ ਆਪਣੀ ਬਖਸ਼ਿਸ਼ ਦੇ ਨਾਲ ਹੀ ਆਪਣੀ ਮੌਜ ਵਿੱਚ ਜਦੋਂ ਸਾਰੀ ਕਾਇਨਾਤ ਨੂੰ ਸਿਰਜਿਆ ਤੇ ਸਾਡੇ ਸਰੀਰਾਂ ਦੇ ਅੰਦਰ ਵੀ ਆਪਣੀ ਸਤਾ ਨੂੰ, ਆਪਣੀ ਜੋਤ ਨੂੰ ਟਿਕਾਇਆ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬੜੇ ਪਰਮ ਪਿਆਰੇ ਬੋਲ ਅਸੀਂ ਪੜ੍ਹਦੇ ਸੁਣਦੇ ਹਾਂ। ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ। ਉਸਨੇ ਸਾਡੇ ਸਰੀਰ ਦੇ ਅੰਦਰ ਆਪਣੀ ਜੋਤ ਨੂੰ ਟਿਕਾਇਆ ਹੋਇਆ ਹੈ। ਇਹਦਾ ਮਤਲਬ ਜੇ ਜੋਤ ਉਸਦੀ ਹੈ ਤੇ ਉਹ ਹਮੇਸ਼ਾ ਹੀ ਸਾਡੇ ਵਿੱਚ ਵਸ ਰਿਹਾ ਹੈ। ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਭਗਤ ਕਬੀਰ ਸਾਹਿਬ ਜੀ ਇਸ ਗੱਲ ਨੂੰ ਬੜਾ ਕਲੀਅਰ ਕਰਦੇ ਨੇ ਕਿ ਕਹੇ ਕਬੀਰ ਇਹ ਰਾਮ ਕੀ ਅੰਸ਼, ਜਿਹੜੀ ਸਾਡੀ ਆਤਮਾ ਹੈ ਇਹ ਪਰਮਾਤਮਾ ਦੀ ਹੀ ਅੰਸ਼ ਹੈ। ਹੁਣ ਸਾਡੇ ਮਨੁੱਖੀ ਜੀਵਨ ਦਾ ਮੂਲ ਮਕਸਦ ਕੀ ਹੈ, ਸਾਡਾ ਲਕਸ਼ ਕੀ ਹੈ ਕਿ ਜਿਹੜਾ ਸਾਡਾ ਮੂਲ ਹੈ, ਜਿਹੜਾ ਸਾਡਾ ਤੱਤ ਹੈ, ਮੁੜ ਅਸੀਂ ਉਸ ਦੇ ਨਾਲ ਇੱਕ ਮਿਕਤਾ ਨੂੰ ਪ੍ਰਾਪਤ ਕਰਨਾ, ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਮਿਲਾਪ ਕਰਨਾ ਤੇ ਤਿਸ ਦੇ ਪਿਆਰ ਦੇ ਪਾਤਰ ਬਣਨਾ। ਇੱਕ ਨਿੱਕੀ ਜਿਹੀ ਅਰਜ਼ ਫਿਰ ਕਰ ਦੇਵਾਂ। ਅਸੀਂ ਕਈ ਵਾਰ ਰੱਬ ਨੂੰ ਬਾਹਰ ਲੱਭਦੇ ਤੁਰੇ ਫਿਰਦੇ ਹਾਂ ਕਿ ਰੱਬ ਸ਼ਾਇਦ ਫਲਾਣੇ ਪਹਾੜ ਦੇ ਵਿੱਚ ਹੈ, ਫਲਾਣੇ ਜੰਗਲ ਦੇ ਵਿੱਚ ਹੈ, ਹਾਂ ਫਲਾਣੇ ਤੀਰਥ ਦੇ ਕੰਢੇ ਹੋਵੇਗਾ। ਸਾਡੀ ਇਹ ਮਾਨਸਿਕਤਾ ਇਸ ਤਰ੍ਹਾਂ ਦੀ ਬਣੀ ਹੋਈ ਹੈ। ਰੱਬ ਸਾਥੋਂ ਗਵਾਚਿਆ ਹੋਇਆ ਨਹੀਂ ਹੈ, ਰੱਬ ਸਾਥੋਂ ਗਵਾਚਿਆ ਹੋਇਆ ਨਹੀਂ, ਅਸੀਂ ਉਹਦੇ ਕੋਲੋਂ ਦੂਰ ਹੋਏ ਹਾਂ। ਜਦੋਂ ਅਸੀਂ 12ਵਾਂ ਸਿਰਲੇਖ ਹੇਠ ਉਚਾਰਨ ਕੀਤੀ ਬਾਣੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਪੜ੍ਹਦੇ ਹਾਂ ਤੇ ਆਰੰਭ ਦੇ ਵਿੱਚ ਹੀ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਕਿ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ। ਅਸੀਂ ਆਪ ਹੀ ਉਹਦੇ ਤੋਂ ਵਿਛੜੇ ਹੋਏ ਹਾਂ, ਅਸੀਂ ਆਪ ਹੀ ਉਹਦੇ ਵੱਲੋਂ ਮੂੰਹ ਨੂੰ ਫੇਰਿਆ ਹੋਇਆ ਹੈ। ਮੈਂ ਇੱਕ ਨਿੱਕੀ ਜਿਹੀ ਸਾਂਝ ਕਰਿਆ ਕਰਦਾ ਹਾਂ। ਮੰਨ ਲਓ ਸਾਡੀ ਕੰਧ ਦੇ ਨਾਲ ਸ਼ੀਸ਼ਾ ਲੱਗਾ ਹੋਵੇ, ਅਸੀਂ ਸ਼ੀਸ਼ੇ ਦੇ ਸਨਮੁਖ ਖੜ੍ਹੇ ਹੋ ਕੇ ਦੇਖਦੇ ਹਾਂ, ਸਾਡੀ ਪਰਛਾਈ, ਸਾਡਾ ਚਿਹਰਾ ਜਿਹੜਾ ਹੈ ਹੂ-ਬਹੂ ਸਾਨੂੰ ਦਿਖਾਈ ਦਿੰਦਾ ਹੈ। ਪਰ ਜਰੀਕ ਅਸੀਂ ਆਪਣੀ ਧੌਣ ਨੂੰ ਘੁਮਾ ਲੈਂਦੇ ਹਾਂ ਤੇ ਸਾਨੂੰ ਆਪਣਾ ਚਿਹਰਾ ਨਹੀਂ ਦਿਸਦਾ। ਇਹਦਾ ਮਤਲਬ ਇਹ ਨਹੀਂ ਕਿ ਸ਼ੀਸ਼ੇ ਨੇ ਕੋਈ ਹੋਰ ਜਗ੍ਹਾ ਜਿਹੜੀ ਅਖਤਿਆਰ ਕਰ ਲਈ ਹੈ, ਸ਼ੀਸ਼ਾ ਤਾਂ ਉੱਥੇ ਹੀ ਹੈ, ਸਿਰਫ ਅਸੀਂ ਆਪਣੀ ਧੌਣ ਨੂੰ ਘੁਮਾਇਆ ਹੋਇਆ ਹੈ। ਅਸੀਂ ਉਹਦੇ ਤੋਂ ਵਿਛੜੇ ਹੋਏ ਹਾਂ।
ਬਲਕਿ ਉਹਨੇ ਸਾਨੂੰ ਵਿਛੋੜਿਆ ਹੋਇਆ ਨਹੀਂ ਹੈ। ਔਰ ਅਸੀਂ ਜੋ ਵਿਛੜੇ ਹੋਏ ਹਾਂ, ਅਸੀਂ ਮੁੜ ਉਸ ਏਕ ਓੰਕਾਰ ਦੇ ਨਾਲ ਮਿਲਾਪ ਕਰਨਾ ਤੇ ਉਸ ਦੇ ਪਿਆਰ ਦੇ ਪਾਤਰ ਬਣਨਾ। ਇਹਨੂੰ ਵੀ ਅਸੀਂ ਇੱਕ ਦੁਨਿਆਵੀ ਦੇ ਦ੍ਰਿਸ਼ਟਾਂਤ ਰਾਹੀਂ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਮੰਨ ਲਓ ਅਸੀਂ ਕਿਸੇ ਹਾਈਫਾਈ ਵਿਅਕਤੀ ਨੂੰ ਮਿਲੇ ਹੋਏ ਹਾਂ, ਜਿਹਦੀ ਸਰਕਾਰੀ ਦਰਬਾਰੇ ਆਦਿ ਪਹੁੰਚ ਹੋਵੇ, ਜਿਹਨੂੰ ਅਸੀਂ ਸਮਝਦੇ ਹੋਈਏ ਕਿ ਇਹ ਵੱਡਾ ਪੁਰਖ ਹੈ, ਸਤਿਕਾਰਤ ਹੈ। ਅਸੀਂ ਜਦੋਂ ਉਸ ਨੂੰ ਮਿਲਦੇ ਹਾਂ, ਉਹਦੇ ਨਾਲ ਅਸੀਂ ਕੋਈ ਚਾਹ ਦਾ ਕੱਪ ਸਾਂਝਾ ਕਰਦੇ ਹਾਂ, 2-4 ਗੱਲਾਂ ਬਾਤਾਂ ਕਰਦੇ ਹਾਂ, ਸੈਲਫੀ ਵਗੈਰਾ ਲੈਂਦੇ ਹਾਂ। ਕੁਝ ਸਮੇਂ ਬਾਅਦ ਅਸੀਂ ਉਹਨੂੰ ਫਿਰ ਮਿਲਦੇ ਹਾਂ, ਅਤੇ ਜਦੋਂ ਅਸੀਂ ਮਿਲਦੇ ਹਾਂ ਅਸੀਂ ਉਸ ਨੂੰ ਚੇਤਾ ਕਰਵਾਉਂਦੇ ਹਾਂ, ਜੀ ਮੈਂ ਫਲਾਣੇ ਬੰਦੇ ਨਾਲ ਤੁਹਾਨੂੰ ਇਸ ਸਮੇਂ ਮਿਲਿਆ ਸੀ। ਉਹ ਕਹਿੰਦਾ ਹਾਂ ਠੀਕ ਹੈ, ਕਿਉਂਕਿ ਉਹਨੂੰ ਚੇਤਾ ਨਹੀਂ ਹੈ। ਇਹਦਾ ਮਤਲਬ ਸਾਨੂੰ ਚੇਤਾ ਕਰਵਾਉਣਾ ਪਿਆ ਹੈ, ਅਸੀਂ ਆਪਣੀ ਜਗ੍ਹਾ ਉਹਦੀ ਮਾਨਸਿਕਤਾ ਦੇ ਅੰਦਰ ਨਹੀਂ ਬਣਾ ਸਕੇ। ਉਸ ਦੀ ਚੇਤਾ ਸ਼ਕਤੀ ਦੇ ਅੰਦਰ ਅਸੀਂ ਆਪਣੇ ਇਸ ਪਿਆਰ ਨੂੰ ਨਹੀਂ ਬਣਾ ਸਕੇ, ਜਿਸ ਕਰਕੇ ਸਾਨੂੰ ਦਰਸਾਉਣਾ ਪਿਆ। ਏਕ ਓੰਕਾਰ ਦੇ ਨਾਲ ਮਿਲਣਾ ਤੇ ਉਸ ਦੇ ਪਿਆਰ ਦੇ ਪਾਤਰ ਬਣ ਜਾਣਾ, ਬਲ ਇੱਕ ਮਿਕਤਾ ਨੂੰ ਪ੍ਰਾਪਤ ਕਰ ਲੈਣਾ, ਇਹ ਸਾਡੇ ਜੀਵਨ ਦਾ ਮੂਲ ਲਕਸ਼ ਹੈ। ਪਰੰਤੂ ਇਹ ਦਾਤ ਪ੍ਰਾਪਤ ਹੋ ਸਕਦੀ ਹੈ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਨਾਲ। ਕਿਉਂਕਿ ਜਿਹੜਾ ਸਤਿਗੁਰੂ ਹੁੰਦਾ ਹੈ, ਸਤਿਗੁਰੂ ਦੀ ਡੈਫੀਨੇਸ਼ਨ ਜਦੋਂ ਅਸੀਂ ਪੜ੍ਹਦੇ ਹਾਂ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਜਾਂ ਅਸੀਂ ਪੜ੍ਹਦੇ ਹਾਂ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ, ਮਨ ਕੀ ਦੁਬਿਧਾ ਬਿਨ ਸਜਾਏ ਹਰ ਪਰਮ ਪਦ ਲਹੀਏ। ਜਿਹੜਾ ਸਤਿਗੁਰੂ ਹੈ ਉਹ ਪੂਰਾ ਹੁੰਦਾ ਹੈ। ਜਿਵੇਂ ਵਰਤਮਾਨ ਸਮੇਂ ਦੇ ਅੰਦਰ ਸਿੱਖ ਦਾ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਸਤਿਗੁਰੂ ਜੋ ਹੁੰਦਾ ਹੈ ਉਹ ਪੂਰਾ ਹੁੰਦਾ ਹੈ, ਉਹਦੇ ਬੋਲ ਕਦੀ ਅਧੂਰੇ ਨਹੀਂ ਹੁੰਦੇ, ਉਹ ਆਪਣੇ ਬਚਨਾਂ ਦਾ ਸੂਰਾ ਹੁੰਦਾ ਹੈ, ਉਸ ਦੇ ਬਚਨਾਂ ਨੂੰ ਕੋਈ ਝੁਠਲਾ ਨਹੀਂ ਸਕਦਾ, ਉਸ ਦੇ ਬਚਨ ਸਮੁੱਚੀ ਮਾਨਵਤਾ ਲਈ ਸਰਬ ਸਾਂਝੇ ਹੁੰਦੇ ਨੇ। ਐਸੇ ਸਤਿਗੁਰੂ ਦੀ ਕਿਰਪਾ ਨਾਲ ਅਸੀਂ ਏਕ ਓੰਕਾਰ ਦੇ ਪ੍ਰੇਮ ਮਿਲਾਪ ਦੀ ਪ੍ਰਾਪਤੀ ਕਰ ਸਕਦੇ ਹਾਂ। ਤੇ ਅੱਜ ਦੇ ਸ਼ਬਦ ਵਿੱਚ ਵੀ ਸਤਿਗੁਰਾਂ ਨੇ ਸ਼ਬਦ ਦੇ 2 ਰਹਾਉ ਵਾਲੇ ਪਦੇ ਨੇ, ਜਿਨ੍ਹਾਂ ਦੇ ਰਾਹੀਂ ਸਾਨੂੰ ਸਮਝਾਇਆ ਗਿਆ ਹੈ, ਦੱਸਿਆ ਗਿਆ ਹੈ ਕਿ ਭਾਈ ਅਸੀਂ ਉਸ ਨਿਰੰਕਾਰੀ ਜੋਤ ਦੀ ਇੱਕ ਮਿਕਤਾ ਨੂੰ ਕਿਹੜੇ ਢੰਗ ਦੇ ਨਾਲ ਪ੍ਰਾਪਤ ਕਰ ਸਕਦੇ ਹਾਂ, ਕਿਵੇਂ ਅਸੀਂ ਉਸ ਪ੍ਰੇਮ ਆਨੰਦ ਦੇ ਪਾਤਰ ਬਣਦਿਆਂ ਹੋਇਆਂ ਆਪਣੇ ਮਨੁੱਖੀ ਜੀਵਨ ਦੇ ਆਨੰਦ ਸਕੂਨ ਨੂੰ ਮਾਣ ਸਕਦੇ ਹਾਂ। ਜਿਵੇਂ ਕਿ ਸ਼ਬਦ ਦਾ ਪਹਿਲਾ ਹੀ ਰਹਾਉ ਵਾਲਾ ਪਦਾ ਹੈ, ਕਿਨ ਬਿਦ ਮਿਲਾਏ ਗੁਸਾਈ ਮੇਰੇ RAM ਰਾਏ, ਕੋਈ ਐਸਾ ਸੰਤ ਸਹਿਜ ਸੁਖ ਦਾਤਾ, ਮੋਹ ਮਾਰਗ ਦੇ ਬਤਾਈ ਰਹਾਉ। ਕਿਨ ਬਿਦ ਕਿਹੜੇ ਢੰਗ ਦੇ ਨਾਲ, ਮਿਲ ਪਵੇ ਗੁਸਾਈ, ਗੋ ਧਰਤੀ ਸਾਈ, ਇਸ ਧਰਤੀ ਦਾ ਖਸਮ, ਇਸ ਸ੍ਰਿਸ਼ਟੀ ਦਾ ਖਸਮ ਵਾਹਿਗੁਰੂ ਅਕਾਲ ਪੁਰਖ। ਹੇ ਮੇਰੇ ਪ੍ਰਭੂ ਪਿਆਰੇ ਜੀਓ, ਹੇ ਮੇਰੇ ਪ੍ਰਭੂ ਪਾਤਸ਼ਾਹ ਜੀ, ਉਹ ਕਿਹੜਾ ਢੰਗ ਹੈ, ਉਹ ਕਿਹੜੀ ਵਿਧ ਹੈ ਜਿਹਦੇ ਨਾਲ ਮੈਨੂੰ ਇਹ ਸਾਰੇ ਜਗਤ ਦਾ ਸਿਰਜਣਹਾਰ, ਇਹ ਸਾਰੀ ਧਰਤੀ ਸ੍ਰਿਸ਼ਟੀ ਦਾ ਖਸਮ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਉਹ ਮਿਲ ਪਵੇ। ਕੋਈ ਐਸਾ ਸੰਤ ਸਹਿਜ ਸੁਖ ਦਾਤਾ, ਕੋਈ ਇਹੋ ਜਿਹਾ ਸਤਿਪੁਰਖ, ਇਹੋ ਜਿਹਾ ਸੰਤ ਜਾਣ ਮਿਲ ਪਵੇ। ਕੋਈ ਐਸਾ ਸੰਤ ਸਹਿਜ ਕਹਿੰਦੇ ਨੇ ਆਤਮਿਕ ਅਡੋਲਤਾ ਨੂੰ, ਸੁਖ ਦਾਤਾ, ਜੋ ਆਤਮਿਕ ਸੁਖ ਆਨੰਦ ਦੀ ਦਾਤ ਦੇਣ ਵਾਲਾ ਹੋਵੇ। ਮੈਨੂੰ ਅਜਿਹੇ ਸੰਤ ਪੁਰਖ ਦੀ ਪ੍ਰਾਪਤੀ ਹੋ ਜਾਵੇ, ਐਸੇ ਗੁਰੂ ਦੀ ਪ੍ਰਾਪਤੀ ਹੋ ਜਾਵੇ। ਮੋਹੇ ਮਾਰਗ ਦੇ ਬਤਾਈ, ਜਿਹੜਾ ਮੈਨੂੰ ਉਸ ਰਸਤੇ ਦੇ ਬਾਰੇ ਦੇ ਵਿੱਚ ਦੱਸ ਦੇਵੇ ਕਿ ਮੈਂ ਆਪਣੇ ਪਿਆਰੇ ਨੂੰ ਕਿਹੜੇ ਢੰਗ ਦੇ ਨਾਲ ਮਿਲ ਸਕਦਾ ਹਾਂ, ਉਹ ਕਿਹੜਾ ਤਰੀਕਾ ਹੈ। ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ, ਹਮ ਪਿਛੇ ਲਾਗ ਚੱਲੀ। ਮੈਨੂੰ ਕੋਈ ਇਹ ਦੱਸ ਦੇਵੇ ਕਿ ਇਹ ਮੇਰਾ ਸੁੰਦਰ, ਇਹ ਮੇਰਾ ਪ੍ਰਭੂ ਪਿਆਰਾ ਮੈਨੂੰ ਕਿਸ ਗਲੀ ਦੇ ਵਿੱਚ, ਬਲਕਿ ਕਿਸ ਜਗ੍ਹਾ 'ਤੇ ਮਿਲੇਗਾ। ਕੋਈ ਮੈਨੂੰ ਰਸਤਾ ਦੱਸ ਦੇਵੇ ਅਤੇ ਮੈਂ ਉਸ ਦੇ ਪਿੱਛੇ ਪਿੱਛੇ ਲੱਗ ਤੁਰਾਂ, ਤਾਂ ਕਿ ਮੈਂ ਉਸ ਪਿਆਰੇ ਦੇ ਮਿਲਾਪ ਦੀ ਪ੍ਰਾਪਤੀ ਕਰ ਲਵਾਂ।
ਫਿਰ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਪੜ੍ਹਦੇ ਔਰ ਸਰਵਣ ਕਰਦੇ ਹਾਂ। ਜਦੋਂ ਸਾਨੂੰ ਐਸਾ ਕੋਈ ਸਤਿਪੁਰਖ ਮਿਲ ਜਾਂਦਾ ਹੈ ਤੇ ਉਹ ਸਾਨੂੰ ਸਮਝਾਉਂਦਾ ਹੈ ਕਿ ਅਸਲ ਵਿੱਚ ਭਾਈ ਗੁਰ ਕਹੇ ਸੋ ਕਾਰ ਕਮਾਏ ਜੀਓ ਦੇ ਧਾਰਨੀ ਬਣਨਾ ਪਵੇਗਾ, ਤਾਂ ਹੀ ਤੁਸੀਂ ਉਸ ਦੇ ਮਿਲਾਪ ਦੇ ਪਾਤਰ ਬਣ ਸਕਦੇ ਹੋ। ਮੈਂ ਥੋੜ੍ਹਾ ਜਿਹਾ ਇਤਿਹਾਸ ਦੇ ਵਿੱਚੋਂ ਨਿੱਕੀਆਂ ਨਿੱਕੀਆਂ ਇੱਕ ਦੋ ਸਾਖੀਆਂ ਆਪ ਨਾਲ ਸਾਂਝੀਆਂ ਕਰਾਂਗਾ, ਕਿਉਂਕਿ ਸਾਡੇ ਮਨ ਦੇ ਅੰਦਰ ਵੀ ਇੱਕ ਚਾਹਨਾ ਹੋਣੀ ਚਾਹੀਦੀ ਹੈ। ਚਾਹਨਾ ਹੋਣੀ ਚਾਹੀਦੀ ਹੈ, ਜਿਵੇਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਪਰਮ ਪਿਆਰੇ ਸਿੱਖ ਭਾਈ ਮਰਦਾਨਾ ਜੀ ਨੂੰ ਜਦੋਂ ਭਾਈ ਫਰਿੰਦਾ ਜੀ ਦੇ ਪਾਸ ਰਬਾਬ ਖਰੀਦਣ ਵਾਸਤੇ ਭੇਜਿਆ ਸੀ, ਸਤਿਗੁਰਾਂ ਦੇ ਬਚਨਾਂ ਨੂੰ ਸਤ ਕਰਕੇ ਮੰਨਦਿਆਂ ਭਾਈ ਮਰਦਾਨਾ ਜੀ ਭਾਈ ਫਰਿੰਦਾ ਜੀ ਦੇ ਪਾਸ ਜਾਂਦੇ ਨੇ। ਭਰੋ ਆਣਾ ਮਿਲਾਪ ਹੁੰਦਾ ਹੈ, ਰਬਾਬ ਦੀ ਮੰਗ ਕਰਦੇ ਨੇ। ਤੂੰ ਕਹਿੰਦਾ ਇੱਕ ਮਿੱਤਰ ਪਿਆਰਿਆ ਠਹਿਰ ਜਾ, ਮੈਂ ਤਿਆਰ ਕਰ ਦਿੰਦਾ ਹਾਂ, ਮੈਂ ਤਿਆਰ ਕਰ ਰਿਹਾ ਹਾਂ। ਤੇ ਇੱਕ ਸਾਹਮਣੇ ਕੱਪੜੇ ਵਿੱਚ ਵੱਜੀ ਹੋਈ ਰਬਾਬ ਟੰਗੀ ਹੋਈ ਕੰਧ ਦੇ ਨਾਲ, ਉਸ ਵੱਲ ਖਿਆਲ ਜਾਂਦਾ ਹੈ ਭਾਈ ਮਰਦਾਨਾ ਜੀ ਦਾ, ਔਰ ਪੁੱਛ ਲੈਂਦੇ ਨੇ ਇਹ ਕੀ ਹੈ? ਕਹਿੰਦੇ ਰਬਾਬ ਹੈ। ਕਹਿੰਦੇ ਰਬਾਬ ਤੇ ਫਿਰ ਇਹ ਦੇ ਦਿਓ। ਕਹਿਣ ਲੱਗਿਆ ਨਹੀਂ, ਇਹ ਰਬਾਬ ਤੁਹਾਡੇ ਦੇਣ ਵਾਲੀ ਨਹੀਂ ਹੈ, ਇਹ ਰਬਾਬ ਕਿਸੇ ਪਰਮ ਪਿਆਰੀ ਰੂਹ ਦੇ ਭੇਟ ਕਰਨ ਵਾਲੀ ਹੈ। ਤੇ ਉਹ ਰੂਹ ਹੈ ਅਜੋਕੇ ਸਮੇਂ ਦੇ ਅੰਦਰ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਲੀ ਨਿਰੰਕਾਰੀ ਜੋਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਤੇ ਭਾਈ ਮਰਦਾਨਾ ਜੀ ਨੇ ਮੁਸਕਰਾਉਂਦਿਆਂ ਹੋਇਆਂ ਹੱਥ ਜੋੜ ਕੇ ਕਿਹਾ ਸੀ, ਐ ਭਾਈ ਐ ਸਤਿਪੁਰਖਾ, ਮੈਨੂੰ ਉਸੇ ਗੁਰੂ ਨਾਨਕ ਸਾਹਿਬ ਨੇ ਹੀ ਤਾਂ ਭੇਜਿਆ ਹੋਇਆ ਹੈ। ਕਹਿਣ ਲੱਗਾ ਠੀਕ ਹੈ, ਤੂੰ ਇਹ ਰਬਾਬ ਲੈ ਜਾ। ਤੇ ਕਹਿਣ ਲੱਗਾ ਰਬਾਬ ਦੀ ਕੀਮਤ? ਕਹਿੰਦਾ ਕੀਮਤ ਤੇਰੇ ਕੋਲੋਂ ਦਿੱਤੀ ਨਹੀਂ ਜਾਣੀ। ਭਾਈ ਮਰਦਾਨਾ ਜੀ ਕਹਿਣ ਲੱਗੇ ਕਿਵੇਂ ਹੋ ਸਕਦਾ ਹੈ? ਇਸ ਰਬਾਬ ਦਾ ਮੁੱਲ 1 ਰੁਪਈਆ 2 ਰੁਪਈਏ 4 ਹੋਵੇਗਾ, ਕਿੰਨਾ ਹੋਵੇਗਾ? ਕਹਿਣ ਲੱਗਾ ਅਸਲ ਦੇ ਵਿੱਚ ਇਸ ਰਬਾਬ ਦਾ ਮੁੱਲ ਇੰਨਾ ਹੈ ਕਿ ਇਹਦੇ ਨਾਲ ਜ਼ਿੰਦਗੀ ਜਿਹੜੀ ਅਰਪਣ ਕਰਨੀ ਪੈਣੀ ਹੈ। ਗੁਰੂ ਨਾਨਕ ਦੇ ਹਜ਼ੂਰ ਹੀ ਇਹ ਰਬਾਬ ਵੱਜਣੀ ਚਾਹੀਦੀ। ਤੇ ਕਿਹਾ ਸਤ ਬਚਨ, ਇਹ ਰਬਾਬ ਗੁਰੂ ਨਾਨਕ ਦੇ ਹਜ਼ੂਰ ਹੀ ਵੱਜੇਗੀ। ਹੁਣ ਤੀਸਰੀ ਗੱਲ ਇਹ ਸੀ, ਭਾਈ ਫਰਿੰਦਾ ਜੀ ਨੇ ਕਿਹਾ ਸੀ ਕਿ ਇਹ ਭਾਈ ਮਰਦਾਨਾ, ਤੂੰ ਗੁਰੂ ਨਾਨਕ ਦਾ ਪਿਆਰਾ ਸਿੱਖ ਹੈ, ਇਵੇਂ ਕਰ ਮੇਰੇ ਦੀ ਵੀ ਤਰਸ ਕਰ, ਮੈਂ ਵੀ ਉਸ ਗੁਰੂ ਨਾਨਕ ਸਾਹਿਬ ਜੀ ਦੇ ਦਦਾਰ ਪਿਆਰ ਦੀ ਪ੍ਰਾਪਤੀ ਕਰ ਸਕਾਂ। ਤੂੰ ਕਿਰਪਾ ਕਰ ਮੈਨੂੰ ਵੀ ਆਪਣੇ ਨਾਲ ਲੈ ਕੇ ਚੱਲ। ਇੱਕ ਮੈਂ ਅਰਜ਼ ਕਰਿਆ ਕਰਦਾ ਹਾਂ, ਗੁਰਸਿੱਖ ਦੇ ਜੀਵਨ ਦੇ ਅੰਦਰ ਪਿਆਰ ਹੋਣਾ ਚਾਹੀਦਾ ਹੈ, ਮਨ ਦੇ ਅੰਦਰ ਉੱਚਾ ਸੁੱਚਾ ਵਿਚਾਰ ਹੋਣਾ ਚਾਹੀਦਾ ਹੈ, ਸਮਾਜ ਦੇ ਨਾਲ ਚੰਗਾ ਵਿਵਹਾਰ ਹੋਣਾ ਚਾਹੀਦਾ ਹੈ, ਔਰ ਖੁਦ ਦਾ ਚੰਗਾ ਆਚਾਰ ਹੋਣਾ ਚਾਹੀਦਾ, ਬਲਕਿ ਆਚਰਣ ਜਿਹੜਾ ਹੈ ਉਹ ਸ਼ੁੱਧ ਹੋਣਾ ਚਾਹੀਦਾ, ਕਿਰਦਾਰ ਸਹੀ ਹੋਣਾ ਚਾਹੀਦਾ ਹੈ। ਸਿੱਖ ਨੂੰ ਇੱਕ ਮਾਡਲ ਬਣ ਕੇ ਸਾਹਮਣੇ ਆਉਣ ਦੀ ਜ਼ਰੂਰਤ ਹੈ। ਭਾਈ ਮਰਦਾਨਾ ਜੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਭਾਈ ਫਰਿੰਦਾ ਜੀ ਇੰਨਾ ਉਤਾਵਲਾ ਹੋ ਗਿਆ ਸੀ ਕਿ ਮੈਨੂੰ ਆਪਣੇ ਨਾਲ ਲੈ ਕੇ ਚੱਲ, ਮੈਂ ਵੀ ਉਸ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਪਿਆਰ ਦਾ ਪਾਤਰ ਬਣਾ। ਇਸੇ ਤਰ੍ਹਾਂ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਮਲਸੀਹਾਂ ਦਾ ਭਾਈ ਭਗੀਰਥ ਚੱਲ ਕੇ ਆਉਂਦਾ ਹੈ ਤੇ ਮੋਦੀ ਦੀ ਕਾਰ ਕਰਦਿਆਂ ਹੋਇਆਂ ਗੁਰੂ ਨਾਨਕ ਜੀ ਵੱਲ ਤੱਕ ਕੇ, ਜਿਸ ਵੇਲੇ ਉਹ ਲੋੜਵੰਦਾਂ ਨੂੰ ਅਨਾਜ ਤੋਲ ਤੋਲ ਕੇ ਦਿੰਦੇ ਨੇ, ਬਾਰ-ਬਾਰ ਜਪਦੇ ਨੇ ਇੱਕ ਇੱਕ ਇੱਕ, ਔਰ ਇਸ ਤਰ੍ਹਾਂ ਕਰਦਿਆਂ ਕਰਦਿਆਂ 7 ਔਰ 7 ਤੋਂ ਬਾਅਦ ਜਦੋਂ ਉਹ 13 ਤੋਂ 13 ਤੇ ਆਉਂਦੇ ਨੇ ਤੇ ਭਾਈ ਭਗੀਰਥ ਜੀ ਜਿਹੜੇ ਹਨ, ਭਾਈ ਭਗੀਰਥ ਜੀ ਜਿਹੜੇ ਹਨ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਸ ਵਿਵਹਾਰ ਨੂੰ ਵੇਖ ਕੇ, ਕਿਉਂਕਿ ਆਮ ਉਸ ਵੇਲੇ ਇੱਕ ਇਹ ਰੌਲਾ ਪੈ ਚੁੱਕਾ ਸੀ ਕਿ ਨਵਾਬ ਦੌਲਤ ਖਾਨ ਦਾ ਮੋਦੀ ਜਿਹੜਾ ਹੈ ਉਹ ਤੇ ਬਸ 13 ਕਰਕੇ ਹਰ ਇੱਕ ਦੀ ਝੋਲੀਆਂ ਭਰੀ ਜਾ ਰਿਹਾ ਹੈ, ਉਹ ਤਾਂ ਢਾਹ ਲਗਾ ਦੇਵੇਗਾ। ਪਰ ਜਦੋਂ ਗੁਰੂ ਨਾਨਕ ਦੇ ਕੋਲ ਆਣ ਕੇ ਉਸਨੇ 1 ਦੀ ਗੱਲ ਨੂੰ ਸੁਣਿਆ, 7 ਦੀ ਗੱਲ ਨੂੰ ਸੁਣਿਆ,
ਔਰ ਜਿਸ ਵੇਲੇ ਉਸਨੇ ਇਸ ਗੱਲ ਨੂੰ ਭਾਂਪ ਲਿਆ, ਜਾਣ ਲਿਆ ਗੁਰੂ ਨਾਨਕ ਦੇ ਦੁਆਰਾ ਕਿ ਇਹ ਸਭ ਕੁਝ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਹੈ, ਅਸੀਂ ਕੇਵਲ ਸੰਸਾਰਿਕ ਜੀਵਨ ਜਿਉਂਦਿਆਂ ਹੋਇਆਂ ਕੇਵਲ ਦਾਅਵੇਦਾਰੀਆਂ ਕਰਨ ਤੱਕ ਹੀ ਰਹਿ ਗਏ ਹਾਂ। ਭਾਈ ਭਗੀਰਥ ਗੁਰੂ ਨਾਨਕ ਦਾ ਸਿੱਖ ਬਣ ਗਿਆ ਔਰ ਇਸੇ ਭਾਈ ਭਗੀਰਥ ਦੀ ਬਦੌਲਤ ਭਾਈ ਮਨਸੁਖ ਲਾਹੌਰ ਦਾ ਸ਼ਾਹੂਕਾਰ, ਭਾਈ ਮਨਸੁਖ ਦੇ ਜੀਵਨ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਸ਼੍ਰੀਲੰਕਾ ਬਲਕਿ ਸੰਗਲਾ ਦੀਪ ਦਾ ਰਾਜਾ ਸ਼ਿਵਨਾਭ ਗੁਰੂ ਨਾਨਕ ਦਾ ਸਿੱਖ ਹੋ ਗਿਆ। ਕਿਉਂਕਿ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਬਚਨਾਂ ਨੂੰ ਕਮਾਇਆ ਹੁੰਦਾ ਹੈ, ਉਹਨਾਂ ਨੂੰ ਬਹੁਤਾ ਵਿਖਾਵਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਉਹਨਾਂ ਦਾ ਜੀਵਨ ਕਿਰਦਾਰ ਹੀ ਇੰਨਾ ਪ੍ਰਭਾਵਸ਼ਾਲੀ ਹੋ ਜਾਂਦਾ ਹੈ ਕਿ ਜਿਨ੍ਹਾਂ ਵੱਲ ਦੇਖ ਕੇ ਮਨ ਦੇ ਅੰਦਰ ਖਿੱਚ ਪੈਂਦੀ ਹੈ ਕਿ ਇਹ ਪਰਮ ਪਿਆਰੇ ਗੁਰੂ ਕੇ ਸਿੱਖ, ਤਰਸ ਕਰ ਮੈਨੂੰ ਗੁਰੂ ਨਾਨਕ ਦੇ ਨਾਲ ਮਿਲਾ ਦੇ। ਰਾਜਾ ਸ਼ਿਵਨਾਭ ਨੇ ਵੀ ਮਨਸੁਖ ਜੀ ਨੂੰ ਇਹੀ ਕਿਹਾ ਸੀ, ਪਰ ਭਾਈ ਮਨਸੁਖ ਨੇ ਕਿਹਾ ਸੀ, ਰਾਜਨ ਜਿਹੜੇ ਬੋਲ ਗੁਰੂ ਦੇ ਸ਼ਬਦ ਤੂੰ ਮੇਰੇ ਕੋਲੋਂ ਸੁਣੇ ਨੇ ਉਹਨਾਂ ਨੂੰ ਕਲਮਬੰਦ ਕਰਕੇ ਰੱਖ ਲੈ ਤੇ ਉਹਨਾਂ ਸ਼ਬਦਾਂ ਨੂੰ ਪੜ੍ਹਿਆ ਕਰ ਔਰ ਪੜ੍ਹ ਕੇ ਉਹਨਾਂ 'ਤੇ ਅਮਲ ਕਰਿਆ ਕਰ। ਇੱਕ ਦਿਨ ਆਵੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਖੁਦ ਤੁਹਾਡੇ ਕੋਲ ਚੱਲ ਕੇ ਆਉਣਗੇ। ਤੇ ਸੱਚਮੁੱਚ ਗੁਰਮੁਖੋ ਇਸੇ ਹੀ ਤਰ੍ਹਾਂ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੋ ਜਗਤ ਦੇ ਕਲਿਆਣਕਾਰੀ ਨੇ, ਰਾਜਾ ਸ਼ਿਵਨਾਭ ਦੇ ਕੋਲ ਚੱਲ ਕੇ ਉਸ ਨੂੰ ਸੱਚ ਦਾ ਉਪਦੇਸ਼ ਦੇ ਕੇ ਉਸ ਨੂੰ ਸਵੈ ਦਾ ਅਹਿਸਾਸ ਕਰਾ ਕੇ ਇੱਕ ਓਅੰਕਾਰ ਦੇ ਨਾਲ ਜੋੜ ਦਿੰਦੇ ਨੇ। ਇਹ ਨਹੀਂ ਹੈ ਕਿ ਅੱਜ ਦੇ ਸਮਾਜ ਦੇ ਅੰਦਰ ਸਾਧੂ ਪੁਰਖ ਨਹੀਂ ਹੈਗੇ, ਸੰਤ ਪੁਰਖ ਨਹੀਂ ਹੈਗੇ, ਹੈਗੇ ਨੇ ਪਰ ਹੈਣ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਧਾਰਮਿਕ ਬੁਰਕਾ ਪਹਿਨੀ ਬੈਠੇ ਹੋਏ ਨੇ, ਆਪਣਾ ਤੋਰੀ ਫੁਲਕਾ ਚਲਾਉਣ ਵਾਸਤੇ ਜਾਂ ਆਪਣੀ ਪ੍ਰਾਪਰਟੀ ਵਿੱਚ ਵਾਧਾ ਕਰਨ ਵਾਸਤੇ। ਜੇ ਸਤਿਪੁਰਖ, ਜੇ ਕਿਤੇ ਅਜਿਹਾ ਸੰਤ ਸਾਨੂੰ ਮਿਲ ਜਾਵੇ ਜਿਹਨੇ ਆਪਣੇ ਜੀਵਨ ਦਾ ਪਾਰ ਉਤਾਰਾ ਕੀਤਾ ਹੋਵੇ, ਉਹੀ ਸਾਡੇ ਜੀਵਨ ਦਾ ਪਾਰ ਉਤਾਰਾ ਕਰ ਸਕਦਾ ਹੈ ਔਰ ਸਾਨੂੰ ਇਹ ਸੇਧ ਦੇ ਸਕਦਾ ਹੈ। ਜਿਵੇਂ ਆਪਾਂ ਆਰੰਭ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਵਾਹਿਗੁਰੂ ਅਕਾਲ ਪੁਰਖ ਸਾਡੇ ਸਾਰਿਆਂ ਦੇ ਅੰਦਰ ਹੈ, ਪਰ ਸਾਨੂੰ ਉਹ ਦਿਖਾਈ ਨਹੀਂ ਦੇ ਰਿਹਾ। ਅੰਤਰ ਅਲਖ ਨਾ ਜਾਈ ਲਖਿਆ, ਵਿੱਚ ਪੜਦਾ ਹਉਮੈ ਪਾਈ। ਅਲਖ ਕਹਿੰਦੇ ਨੇ ਅਵਿਅਕਤ ਨੂੰ, ਅਦ੍ਰਿਸ਼ਟ ਨੂੰ, ਜੋ ਦਿਖਾਈ ਨਹੀਂ ਦਿੰਦਾ, ਪਰ ਹੈ ਉਹ ਸਾਡੇ ਸਾਰੇ ਸਰੀਰਾਂ ਦੇ ਅੰਦਰ ਹੈ। ਕਈ ਵਾਰ ਅਸੀਂ ਤਰਕਾਂ ਕੁਤਰਕਾਂ ਕਰਦਿਆਂ ਹੋਇਆਂ ਕਹਿੰਦੇ ਜੀ ਰੱਬ ਦੇ ਨਾਮ ਦੇ ਉੱਪਰ ਸਭ ਤੋਂ ਵੱਡਾ ਫਰੇਬ ਹੈ, ਸਭ ਤੋਂ ਵੱਡਾ ਝੂਠ ਹੈ, ਰੱਬ ਕਿੱਥੇ ਹੈ, ਕੋਈ ਰੱਬ ਨੂੰ ਵਿਖਾਵੇ। ਕਿਉਂਕਿ ਸਿੱਖ ਦਾ ਫਰਜ਼ ਬਣਦਾ ਹੈ ਉਹ ਕਿਸੇ ਬਹਿਸ ਵਸਈਏ ਵਿੱਚ ਨਾ ਪਵੇ। ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕ ਨੇ ਜਿਹੜੇ ਸਵਾਲਾਂ ਦੀਆਂ ਪੰਡਾਂ ਸਿਰਾਂ 'ਤੇ ਚੁੱਕੀ ਤੁਰੇ ਫਿਰਦੇ ਨੇ, ਬੜੇ ਬੋਝ ਚੁੱਕੀ ਫਿਰਦੇ ਨੇ, ਜਿਨ੍ਹਾਂ ਦਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਮੈਂ ਕਿਸੇ ਨੂੰ ਸਵਾਲ ਕਰਾਂ ਤੇ ਉਹਨੂੰ ਮੇਰੇ ਸਵਾਲ ਦਾ ਜਵਾਬ ਨਾ ਆਵੇ ਤੇ ਮੈਂ ਉਹਦੀ ਖਿਲੀ ਉਡਾ ਸਕਾਂ, ਉਹਦਾ ਮਖੌਲ ਉਡਾ ਸਕਾਂ। ਤੇ ਦੂਜਾ ਕਾਰਨ ਇਹ ਹੁੰਦਾ ਮੈਂ ਕਿਸੇ ਨੂੰ ਸਵਾਲ ਕਰਾਂ ਤੇ ਜਿਹੋ ਜਿਹਾ ਮੈਂ ਜਵਾਬ ਚਾਹੁੰਦਾ ਹੈ ਉਹ ਮੇਰੇ ਮੁਤਾਬਕ ਜਵਾਬ ਦੇਵੇ। ਇਹੋ ਜਿਹੀ ਫਿਤਰਤ ਵਾਲੇ ਬਹੁਤ ਸਾਰੇ ਲੋਕ ਨੇ, ਬਹੁਤ ਸਾਰੇ ਲੋਕ। ਹੁਣ ਦੇਖੋ ਅਸੀਂ ਸਾਹ ਲੈ ਰਹੇ ਹਾਂ ਪਰ ਸਾਹ ਸਾਨੂੰ ਦਿਸਦੇ ਨਹੀਂ। ਅਸੀਂ ਅੱਖਾਂ ਦੇ ਰਾਹੀਂ, ਇਸ ਜੋਤ ਦੇ ਰਾਹੀਂ ਦੇਖ ਰਹੇ ਹਾਂ। ਇਹਨਾਂ ਅੱਖਾਂ ਦੇ ਪਿੱਛੇ ਜੋਤ ਕੀ ਹੈ ਜਿਹਦੇ ਨਾਲ ਅਸੀਂ ਦੇਖਦੇ ਹਾਂ, ਉਹ ਸਾਨੂੰ ਦਿਖਾਈ ਨਹੀਂ ਦੇ ਰਹੀ। ਅਸੀਂ ਕੰਨਾਂ ਦੇ ਰਾਹੀਂ ਸੁਣ ਜ਼ਰੂਰ ਰਹੇ ਹਾਂ ਪਰ ਸੁਰਤ ਸਾਨੂੰ ਦਿਖਾਈ ਨਹੀਂ ਦੇ ਰਹੀ। ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਉਹ ਸਾਰਿਆਂ ਦੇ ਅੰਦਰ ਵਿਆਪਕ ਹੈ। ਅੰਤਰ ਅਲਖ ਨਾ ਜਾਈ ਲਖਿਆ, ਪਰ ਸਾਡੇ ਕੋਲ ਆਪਣੇ ਢੰਗ ਤਰੀਕਿਆਂ ਦੇ ਨਾਲ ਕੋਈ ਇਹੋ ਜਿਹਾ ਹੀਲਾ ਨਹੀਂ ਕਿ ਅਸੀਂ ਉਹਦੇ ਦੀਦਾਰ ਕਰ ਸਕੀਏ। ਨਾਨਕ ਸੇ ਅੱਖੜੀਆਂ ਬੇਅੰਨ ਜਿਨੀ ਡਸੰਦੋ ਮਾਪਰੀ। ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਅਸੀਂ ਅੰਦਰ ਵਸਦੇ ਹੋਏ ਨਿਰੰਕਾਰ ਦੇ ਦੀਦਾਰ ਕਰ ਸਕਦੇ ਹਾਂ। ਤੇ ਜਿਹੜਾ ਆਪਣੇ ਅੰਦਰ ਵਸਦੇ ਦੇ ਦੀਦਾਰ ਕਰ ਲੈਂਦਾ ਹੈ ਉਹ ਸਾਰੇ ਸੰਸਾਰ ਵਿੱਚ ਵਸਦੇ ਵਾਹਿਗੁਰੂ ਦੇ ਵੀ ਦੀਦਾਰ ਪ੍ਰਾਪਤ ਕਰ ਲੈਂਦਾ ਹੈ। ਗੁਰੂ ਕਿਰਪਾ ਕਰਕੇ ਜਦੋਂ ਸਾਡੀਆਂ ਵਿਚਾਰ ਰੂਪੀ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਾ ਦਿੰਦਾ ਹੈ, ਭਰਮ ਜਾਲ ਖਤਮ ਹੋ ਜਾਂਦਾ ਹੈ ਤੇ ਫਿਰ ਸਾਨੂੰ ਇਹ ਸਮਝ ਪੈਂਦੀ ਹੈ ਕਿ ਜੋ ਦਿਸੇ ਸੋ ਤੇਰਾ ਅਰੂਪ। ਅੰਤਰ ਅਲਖ ਨਾ ਜਾਈ ਲਖਿਆ, ਇਹਦਾ ਕਾਰਨ ਕੀ ਹੈ? ਵਿੱਚ ਪੜਦਾ ਹਉਮੈ ਪਾਈ। ਪਰ ਇਹਦੇ ਵਿੱਚ ਇੱਕ ਪਰਦਾ ਬਣਿਆ ਹੋਇਆ ਹੈ, ਮੈਂ ਦਾ, ਮੈਂ ਤੂੰ ਦਾ। ਅਸੀਂ ਇੰਜ ਸਮਝ ਲੈਂਦੇ ਹਾਂ ਇਹ ਸਿਰ ਮੇਰਾ ਹੈ, ਹੱਥ ਮੇਰੇ ਨੇ, ਪੈਰ ਮੇਰੇ ਨੇ, ਪਰ ਮੈਂ ਕੌਣ ਹਾਂ?
ਇਸ ਬਾਰੇ ਸਾਨੂੰ ਕੋਈ ਪਤਾ ਨਹੀਂ। ਸ਼ਾਇਦ ਅਸੀਂ ਰੱਬ ਨੂੰ ਵੀ ਬੇਗਾਨਾ ਹੀ ਸਮਝਦੇ ਹਾਂ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਅਸੀਂ ਇਹੀ ਸਮਝਦੇ ਹਾਂ ਕੋਈ ਹੋਰ ਹੈ, ਮੈਂ ਹੋਰ ਹਾਂ, ਤੂੰ ਮੈਂ ਦੇ ਚੱਕਰ ਦੇ ਵਿੱਚ ਇਹ ਜਿਹੜੀ ਹਉਮੈ ਦਾ ਪਰਦਾ ਪਿਆ ਹੋਇਆ ਹੈ। ਭੰਬੀਰੀ ਕੇ ਪਾਤ ਪਰਦੋ ਬਿਨ ਪੇਖੇ ਦੁਹਰਾਇਓ। ਜਿਵੇਂ ਭੰਬੀਰੀ ਦਾ ਇੱਕ ਪਰਦਾ ਹੋਵੇ, ਆਪਾਂ ਦੇਖਦੇ ਹਾਂ ਫੁੱਲਾਂ ਦੇ ਉੱਪਰ, ਬਨਸਪਤੀ ਦੇ ਉੱਪਰ ਉੱਡਦੀਆਂ ਹੋਈਆਂ ਭੰਬੀਰੀਆਂ ਜਿਹੜੀਆਂ ਨੇ, ਉਹਨਾਂ ਦਾ ਪਰਦਾ ਬੜਾ ਬਰੀਕ ਜਿਹਾ ਹੁੰਦਾ। ਕਹਿੰਦੇ ਇੰਨਾ ਕੀ ਫਰਕ ਤਾਂ ਹੈ, ਪਰ ਸਿਆਣਿਆਂ ਦੇ ਬੋਲ ਨੇ ਕੰਧ ਓਲੇ ਪ੍ਰਦੇਸ਼। ਹੁਣ ਗੁਰੂ ਕਿਰਪਾ ਕਰਦਾ ਹੈ, ਸਾਨੂੰ ਉਹਦੇ ਦਰਸ਼ਨ ਦੀਦਾਰ ਕਰਵਾ ਦਿੰਦਾ ਹੈ। ਜਦੋਂ ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਤੁਹਾਨੂੰ ਮੈਨੂੰ ਸਮਝ ਆ ਜਾਵੇ। ਜਦੋਂ ਅਸੀਂ ਪੜ੍ਹਦੇ ਹਾਂ, ਸੋਚੈ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪਣਾ ਹੋਵਈ ਜੇ ਲਾਏ ਰਾਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਬੰਦੇ ਨੇ ਆਪਣੇ ਢੰਗ ਨਾਲ ਸੋਚਿਆ ਸੀ ਕਿ ਸ਼ਾਇਦ ਇਹਦੇ ਚਾਰ ਕੁ ਢੰਗ ਹੈ। ਇੱਕ ਤਾਂ ਢੰਗ ਹੈ ਕਿ ਮੇਰੇ ਕੋਲ ਸੁੱਚਮਤਾ ਬੜੀ ਹੋਣੀ ਚਾਹੀਦੀ ਹੈ। ਅੱਜ ਵੀ ਸਾਡੇ ਬਹੁਤ ਸਾਰੇ ਭੈਣ ਭਾਈ ਤਨ ਦੀ ਸੁੱਚਮਤਾ ਨੂੰ ਬੜੀ ਤਰਜੀਹ ਦਿੰਦੇ ਨੇ, ਮੁਬਾਰਕ ਹੈ ਉਹਨਾਂ ਦੀ ਸੋਚ ਨੂੰ। ਪਰ ਤਨ ਦੀ ਸੁੱਚਮਤਾ ਅਸੀਂ ਰੱਖ ਨਹੀਂ ਸਕਦੇ। ਕਿੰਨੀ ਕੁ ਸੁੱਚਮਤਾ ਰੱਖ ਲਾਂਗੇ? ਅਸੀਂ ਬਾਰ-ਬਾਰ ਇਸ਼ਨਾਨ ਕਰ ਲਵਾਂਗੇ, ਜਿੰਨੀਆਂ ਸਾਡੇ 9 ਦੁਆਰੇ ਨੇ ਇਹਨਾਂ ਵਿੱਚੋਂ ਵੀ ਰੇਸ਼ਾ ਸਿਮਦਾ ਰਹਿੰਦਾ ਹੈ। ਜਿਵੇਂ ਅਸੀਂ ਮੂੰਹ ਦੀ ਗੱਲ ਕਰ ਲਈਏ, ਥੁੱਕ ਹੈ, ਕਿੰਨੀ ਕੁ ਸੁੱਚਮਤਾ ਰੱਖ ਲਾਂਗੇ? ਸਾਡੇ ਅੰਦਰ ਮਲ ਮੂਤਰ ਵੀ ਹੈਗਾ, ਕਿੰਨੀ ਕੁ ਸੁੱਚਮਤਾ ਰੱਖ ਲਾਂਗੇ? ਅਸੀਂ ਸਰੀਰ ਨੂੰ ਸਿਰਫ ਸਾਫ਼ ਕਰ ਸਕਦੇ ਹਾਂ, ਸੁੱਚਾ ਨਹੀਂ ਰੱਖ ਸਕਦੇ। ਇਸ ਗੱਲ ਨੂੰ ਜ਼ਰੂਰ ਸਮਝਣਾ। ਅਸੀਂ ਸਰੀਰ ਨੂੰ ਸਾਫ਼ ਕਰ ਸਕਦੇ ਹਾਂ, ਸਰੀਰ ਨੂੰ ਸੁੱਚਾ ਨਹੀਂ ਕਰ ਸਕਦੇ। ਇਹ ਸਾਡਾ ਭੁਲੇਖਾ ਹੈ। ਹਾਂ, ਇੰਨਾ ਜ਼ਰੂਰ ਹੈ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਭਾਈ ਸੁੱਚ ਤੇ ਸੱਚ ਦੇ ਵਿੱਚ ਅੰਤਰ ਹੈ ਥੋੜ੍ਹਾ ਜਿਹਾ ਹੀ ਹੈ। ਸੁੱਚਾ ਤੇ ਤੇਰੇ ਤੋਂ ਹੋਇਆ ਨਹੀਂ ਜਾਣਾ। ਹਾਂ, ਸੱਚਾ ਤੂੰ ਜ਼ਰੂਰ ਹੋ ਸਕਦਾ ਹੈ ਜੇ ਤੂੰ ਸੱਚ ਦਾ ਧਾਰਨੀ ਬਣ ਜਾਵੇਂ ਤਾਂ। ਸੁੱਚ ਹੋਵੇ ਤਾਂ ਸੱਚ ਪਾਈਏ, ਸੱਚ ਦਾ ਧਾਰਨੀ ਬਣ, ਕਿਤੇ ਬਾਹਰਲੀ ਸੁੱਚਮਤਾ ਵਿੱਚ ਨਾ ਰਹਿ ਜਾਵੀਂ। ਫਿਰ ਮਨੁੱਖ ਨੇ ਸੋਚਿਆ ਕਿ ਸ਼ਾਇਦ ਹੋ ਸਕਦਾ ਹੈ ਇਸ ਢੰਗ ਦੇ ਨਾਲ ਨਹੀਂ ਤੇ ਕੋਈ ਹੋਰ ਢੰਗ ਅਪਣਾ ਲੈਂਦੇ, ਭੁੱਖੇ ਰੀਕੇ ਵੇਖ ਲੈਂਦੇ, ਰੱਬ ਸਾਨੂੰ ਮਿਲ ਜਾਵੇਗਾ। ਇੱਕ ਚੀਜ਼ ਨੂੰ ਇੱਥੇ ਵੀ ਖਿਆਲ ਵਿੱਚ ਰੱਖ ਲੈਣਾ, ਭਾਈ ਸਾਡੇ ਭੁੱਖੇ ਰਹਿਣ ਦੇ ਨਾਲ, ਜਾਂ ਅਸੀਂ ਕਹੀਏ ਸਾਨੂੰ ਸਭ ਕੁਝ ਮਿਲ ਜਾਵੇ ਤੇ ਸਾਡੀ ਭੁੱਖ ਦੂਰ ਹੋ ਜਾਏਗੀ, ਬਿਲਕੁਲ ਨਹੀਂ। ਇਹ ਵੀ ਭੁਲੇਖਾ ਹੈ, ਇਹ ਵੀ ਭੁਲੇਖਾ ਹੈ। ਸਾਨੂੰ ਮਨ ਦੀ ਤ੍ਰਿਪਤੀ ਜਿਹੜੀ ਹੈ ਉਹਦਾ ਹੋਣਾ ਜ਼ਰੂਰੀ ਹੈ। ਸਾਡੇ ਪੇਟ ਦੀ ਭੁੱਖ ਦੂਰ ਹੋ ਸਕਦੀ ਹੈ, ਪਰ ਸਾਡੀ ਨੀਅਤ ਦੀ ਭੁੱਖ ਦੂਰ ਨਹੀਂ ਹੁੰਦੀ। ਨੀਅਤ ਨਹੀਂ ਰੱਜਦੀ, ਬਿਨਾਂ ਸੰਤੋਖ ਨਹੀਂ ਕਉ ਰਾਜੇ। ਮਨੁੱਖ ਨੇ ਵਰਤ ਰੱਖਣੇ ਸ਼ੁਰੂ ਕਰ ਲਏ ਕਿ ਸ਼ਾਇਦ ਇਸ ਵਿਧ ਨਾਲ ਸਾਨੂੰ ਪਰਮੇਸ਼ਰ ਮਿਲ ਜਾਵੇ, ਪਰ ਹੋਇਆ ਕਿ ਅੰਨ ਨਾ ਖਾਇਆ ਸਾਧ ਗਵਾਇਆ। ਇਹਦੇ ਨਾਲ ਵੀ ਸਾਨੂੰ ਕੋਈ ਪ੍ਰਾਪਤੀ ਨਾ ਹੋਈ, ਸਗੋਂ ਅਸੀਂ ਸਰੀਰ ਆਪਣੇ ਨੂੰ ਦੁੱਖ ਹੀ ਦਿੱਤਾ। ਤੇ ਸਰੀਰ ਨੂੰ ਦੁੱਖ ਦੇਣ ਦੇ ਨਾਲ ਸਾਨੂੰ ਉਸ ਨਿਰੰਕਾਰ ਦੇ ਨਾਲ ਪ੍ਰਭੂ ਪਿਆਰੇ ਦੀ ਪ੍ਰਾਪਤੀ ਨਾ ਹੋ ਸਕੀ। ਮਨੁੱਖ ਨੇ, ਜਿਵੇਂ ਅਸੀਂ ਪੜ੍ਹਿਆ ਹੈ ਕਿ ਚੁੱਪੈ ਚੁੱਪਣਾ ਹੋਵਈ ਜੇ ਲਾਏ ਰਾਹਾਂ ਲਿਵਤਾਰ। ਬੰਦੇ ਨੇ ਵੀ ਸੋਚਿਆ ਜੇ ਮੈਂ ਚੁੱਪ ਰਹਿ ਜਾਵਾਂ ਤੇ ਸ਼ਾਇਦ ਚੁੱਪ ਰਹਿਣ ਨਾਲ ਵੀ ਗੱਲ ਬਣ ਜੇ। ਨੇ ਮੂੰਹ ਬੰਨ੍ਹ ਲਿਆ, ਤੁਸੀਂ ਦੇਖਿਆ ਹੋਣਾ, ਮੂੰਹ ਬੰਨ੍ਹ ਲਿਆ ਕਿ ਮੈਂ ਚੁੱਪ ਹੀ ਰਹਿਣਾ, ਮੈਂ ਬੋਲਣਾ ਹੀ ਕੁਛ ਨਹੀਂ, ਮੈਂ ਸੁਣਨਾ ਹੀ ਕੁਛ ਨਹੀਂ। ਕੰਨੀ ਬੁੱਝੇ ਦੇ ਰਹਾ ਕੀਤੀ ਵਗੇ ਪਾਉਣ, ਮੈਂ ਕੰਨਾਂ ਨਾਲ ਵੀ ਨਹੀਂ ਸੁਣਨਾ, ਮੈਂ ਮੂੰਹ ਨਾਲ ਵੀ ਨਹੀਂ ਕੁਛ ਕਹਿਣਾ, ਤੇ ਇਕਾਂਤ ਵਿੱਚ ਜਾ ਕੇ ਬੈਠ ਗਿਆ। ਹੁਣ ਆਪਾਂ ਵੀ ਕਈ ਵਾਰ ਜਦੋਂ ਚੁੱਪ ਕਰਕੇ ਪਾਠ ਕਰਦੇ ਹਾਂ, ਹੁੰਦਾ ਨਾ ਜਿਹੜਾ ਅਸੀਂ ਕਹਿੰਦੇ ਜੀ ਸਾਡਾ ਮਨ ਨਹੀਂ ਲੱਗਦਾ ਗੁਰਬਾਣੀ ਦੇ ਵਿੱਚ, ਉਹਦਾ ਕਾਰਨ ਹੈ ਕਿ ਅਸੀਂ ਚੁੱਪ ਕਰਕੇ ਪਾਠ ਕਰਦੇ ਹਾਂ। ਕੋਸ਼ਿਸ਼ ਹੋਣੀ ਚਾਹੀਦੀ ਜਦੋਂ ਅਸੀਂ ਪਾਠ ਕਰਦੇ ਹਾਂ, ਇੱਕ ਤਾਂ ਪਾਠ ਅਸੀਂ ਸਹਿਜ ਨਾ ਕਰੀਏ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਟਾਈਮ ਬਾਉਂਡ ਨਹੀਂ ਕੀਤਾ ਹੋਇਆ ਕਿ ਤੂੰ ਜਪਜੀ ਸਾਹਿਬ ਦਾ ਪਾਠ ਇੰਨਿਆਂ ਮਿੰਟਾਂ 'ਚ ਕਰਨਾ ਹੀ ਕਰਨਾ ਹੈ। ਇਹ ਤਾਂ ਅਸੀਂ ਆਪਣਾ ਟਾਈਮ ਵੇਖਣਾ ਹੁੰਦਾ ਹੈ। ਜਦੋਂ ਵੀ ਅਸੀਂ ਬੜੀ ਸਹਿਜਤਾਈ ਨਾਲ ਪਾਠ ਕਰਾਂਗੇ ਔਰ ਪਾਠ ਨੂੰ ਸੁਣਾਂਗੇ ਵੀ, ਉਸਨੂੰ ਸੁਣਨਾ ਵੀ ਜ਼ਰੂਰੀ ਹੈ, ਤੇ ਫਿਰ ਜਾ ਕੇ ਸਾਡੇ ਮਨ ਦਾ ਇੱਕ ਟਿਕਾਓ ਬਣੇਗਾ। ਪਰ ਜੇ ਅਸੀਂ ਕਹਿ ਲਈਏ ਮੈਂ ਚੁੱਪ ਹੋ ਗਿਆ, ਮੂੰਹ 'ਤੇ ਮੈਂ ਬੰਦ ਕਰ ਲਿਆ, ਮੂੰਹ 'ਤੇ ਮੈਂ ਪੱਟੀ ਬੰਨ੍ਹ ਲਈ, ਮੌਨੀ ਹੋਏ ਬੈਠਾ ਇਕਾਂਤੀ ਹਿਰਦੇ ਕਲਪਨ ਗਾਠਾ। ਮੌਨੀ ਹੁੰਦਾ ਮੌਨ ਧਾਰ ਲੈਣਾ, ਚੁੱਪ ਕਰਕੇ ਬੈਠ ਜਾਣਾ, ਪਰ ਹਿਰਦੇ ਵਿੱਚ ਤੇ ਬਹੁਤ ਸਾਰੇ ਜਿਹੜੇ ਫੁਰਨੇ ਉੱਠ ਰਹੇ ਸੀ, ਬਹੁਤ ਸਾਰੀਆਂ ਗੱਠਾਂ ਜਿਹੜੀਆਂ ਪੰਡਾਂ ਵੱਜੀਆਂ ਹੋਈਆਂ ਨੇ।
ਇਸ ਵਾਸਤੇ ਸਤਿਗੁਰੂ ਕਹਿੰਦੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਨਾ ਖਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਾਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਇੱਥੇ ਕੁਝ ਨਾ ਦਾਨਸ਼ਮੰਦ ਲੋਕ ਆਪਣੀ ਵਿਚਾਰ ਦਿੰਦੇ ਨੇ, ਕਿਉਂਕਿ ਆਪ ਇਹ ਆਪਣੀ ਬੁੱਧ ਹੈ ਜਿੱਤੀ। ਸਾਨੂੰ ਕਿਸੇ ਨੂੰ ਇਹ ਨਹੀਂ ਕਹਿਣਾ ਚਾਹੀਦਾ ਉਹ ਗਲਤ ਹੈ ਜਾਂ ਸਹੀ ਹੈ। ਜਿੰਨੀ ਕਿਸੇ ਨੂੰ ਸਮਝ ਪੈਂਦੀ ਉਹਦੇ ਮੁਤਾਬਕ ਉਹ ਗੱਲ ਕਰਦਾ ਹੈ। ਉਹ ਕਹਿੰਦੇ ਦੇਖੋ ਅਸੀਂ ਪਾਣੀ ਦਾ ਕੋਈ ਬੱਠਲ ਜਾਂ ਬਾਲਟੀ ਰੱਖੀ ਹੋਵੇ, ਉਹਦੇ ਵਿੱਚ ਥੋੜ੍ਹੀ ਜਿਹੀ ਖੰਡ ਪਾਉਣੇ ਆ, ਉਹਨੂੰ ਘੋਲ ਦਿੰਦੇ ਤਾਂ ਉਹ ਪਾਣੀ ਦਾ ਹੀ ਰੂਪ ਹੋ ਜਾਂਦੀ ਹੈ। ਪਰ ਜੇ ਆਪਾਂ ਉਹਦੇ ਵਿੱਚ ਲੋੜ ਤੋਂ ਵੱਧ ਖੰਡ ਪਾ ਦਈਏ ਤੇ ਫਿਰ ਖੰਡ ਹੀ ਹੁੰਦੀ ਹੈ, ਬਲਕਿ ਤ੍ਰਿਪਤ ਹੋ ਜਾਂਦਾ, ਫਿਰ ਪਾਣੀ ਨਹੀਂ ਦਿਖਦਾ, ਫਿਰ ਪਾਣੀ ਦੇ ਵਿੱਚੋਂ ਘੁਲਦੀ ਨਹੀਂ। ਇਸ ਤਰ੍ਹਾਂ ਜੇ ਸਾਨੂੰ ਸਭ ਕੁਝ ਮਿਲ ਜਾਵੇ ਤੇ ਇਹਦੇ ਨਾਲ ਤ੍ਰਿਪਤੀ ਹੋ ਜਾਂਦੀ, ਇਹ ਵੀ ਸਾਡੇ ਮਨ ਦਾ ਭੁਲੇਖਾ ਹੈ। ਕਿਉਂਕਿ ਭੁਲੇਖਾ ਇਸ ਗੱਲ ਦਾ ਹੈ ਕਿ ਅੱਗ ਦੇ ਉੱਪਰ ਜਿੰਨਾ ਮਰਜ਼ੀ ਅਸੀਂ ਬਾਲਣ ਪਾਈ ਜਾਈਏ, ਅੱਗ ਕਦੀ ਬੁਝਦੀ ਨਹੀਂ, ਸਗੋਂ ਉਹਦੇ ਭਾਂਬੜ ਜਿਹੜੇ ਨੇ, ਉਹਦੀਆਂ ਲਾਟਾਂ ਜਿਹੜੀਆਂ ਹੋਰ ਉੱਚੀਆਂ ਉੱਠਦੀਆਂ ਨੇ। ਤੁਸੀਂ ਮੈਂ ਆਪਾਂ ਸਾਰੇ ਵਿਚਾਰ ਕੇ ਦੇਖੀਏ ਕਿ ਸਾਡੀ ਇੰਨੀ ਲਿਆਕਤ, ਸਾਡੀ ਇੰਨੀ ਕਾਬਲੀਅਤ ਹੈਗੀ ਹੈ ਜਿੰਨਾ ਸਾਨੂੰ ਵਾਹਿਗੁਰੂ ਨੇ ਦਿੱਤਾ ਹੈ। ਸਾਨੂੰ ਪਰਮੇਸ਼ਰ ਨੇ ਸਾਡੀ ਹੈਸੀਅਤ ਤੋਂ ਸਾਨੂੰ ਵੱਧ ਕੇ ਦਿੱਤਾ ਹੋਇਆ ਹੈ, ਪਰ ਫਿਰ ਵੀ ਸਾਡੀਆਂ ਲਲਸਾਵਾਂ ਬਣੀਆਂ ਹੋਈਆਂ ਨੇ ਕਿ ਜੋ ਕੁਝ ਬਾਹਰ ਹੈ, ਜੋ ਦੂਜਿਆਂ ਕੋਲ ਹੈ, ਉਹ ਸਾਰੇ ਦਾ ਸਾਰਾ ਮੇਰੇ ਕੋਲ ਹੀ ਆ ਜਾਣਾ ਚਾਹੀਦਾ ਹੈ। ਕਹਿੰਦੇ ਇਸ ਬਿੱਦ ਦੇ ਨਾਲ ਵੀ ਇਹ ਗੱਲ ਨਹੀਂ ਬਣਨੀ ਮਿੱਤਰਾ। ਹਾਂ, ਤੇਰੇ ਕੋਲ ਸਬਰ ਸੰਤੋਖ, ਸਬਰ ਸਬੂਰੀ ਦੀ ਦਾਤ ਹੋਵੇ ਵਾਹਿਗੁਰੂ ਦੀ ਬਖਸ਼ੀ, ਤਾਂ ਤੇਰੀਆਂ ਭੁੱਖਾਂ ਦੂਰ ਹੋ ਸਕਦੀਆਂ। ਤੇ ਜਿਹੜੀ ਉਹਨਾਂ ਨੇ ਚੌਥੀ ਗੱਲ ਕੀਤੀ ਹੈ, ਇੱਥੇ ਸਿਆਣਪ ਦੀ ਗੱਲ ਹੈ, ਤੇ ਸਿਆਣਾ ਬੰਦਾ ਹੋਣਾ ਚਾਹੀਦਾ ਹੈ। ਮਾੜੀ ਗੱਲ ਨਹੀਂ ਸਿਆਣੇ ਹੋਣਾ, ਸਿਆਣਾ ਹੋਣਾ ਚਾਹੀਦਾ ਹੈ। ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਸੀ, ਆਪਣੇ ਆਪ ਨੂੰ ਲੋੜ ਤੋਂ ਵੱਧ ਸਿਆਣੇ ਸਮਝਣ ਲੱਗ ਪੈਂਦੇ ਆ, ਤੇ ਜਦੋਂ ਸਾਨੂੰ ਇਸ ਗੱਲ ਦਾ ਘਮੰਡ ਜਿਹਾ ਹੋ ਜੇ, ਮੈਂ ਬੜਾ ਸਿਆਣਾ ਹੋ ਗਿਆ, ਸਮਝ ਲੈਣਾ ਕਿ ਮੈਂ ਮੂਰਖ ਹਾਂ। ਇਹ ਗੱਲ ਬੜੀ ਕੌੜੀ ਜੀ ਹੈ। ਭੁਲੇਖਾ ਪੈਣਾ ਮੈਂ ਸਿਆਣਾ ਹਾਂ ਪਰ ਹੈ ਮੂਰਖ ਹਾਂ। ਸਿਆਣਾ ਉਹਨੂੰ ਨਹੀਂ ਕਿਹਾ ਜਾਂਦਾ ਜਿਹਨੂੰ ਚਲਾਕੀਆਂ ਆ ਜਾਣ, ਜਿਹਨੂੰ ਬੜੀਆਂ ਚਤਰਾਈਆਂ ਕਰਨੀਆਂ ਆ ਜਾਣ, ਕਿਉਂਕਿ ਜ਼ਿਆਦਾਤਰ ਅਸੀਂ ਉਹਨੂੰ ਸਿਆਣਾ ਸਮਝਦੇ ਹਾਂ ਜਿਹੜਾ ਹੀਲ ਹੁਜਤਾਂ ਜ਼ਿਆਦੀਆਂ ਜਾਣਦਾ ਹੋਵੇ, ਚਲਾਕੀਆਂ ਚਤਰਾਈਆਂ ਵੱਧ ਕਰਦਾ ਹੋਵੇ, ਛਲ ਫਰੇਬ ਦੀਆਂ ਵੱਧ ਗੱਲਾਂ ਕਰਦਾ ਹੋਵੇ। ਉਹ ਸਮਝ ਲੈਂਦਾ ਕਿ ਮੈਂ ਬੜਾ ਸਿਆਣਾ ਹੋ ਗਿਆ। ਅਸੀਂ ਵੀ ਕਿੰਨੇ ਫਲਾਣਾ ਬੰਦਾ ਬੜਾ ਸਿਆਣਾ ਹੈ। ਉਹ ਕਿਸੇ ਨਾ ਕਿਸੇ ਢੰਗ ਨਾਲ ਇੱਧਰ ਉੱਧਰ ਨਿਕਲ ਹੀ ਜਾਂਦਾ ਹੈ। ਗੁਰੂ ਸਾਹਿਬ ਨੇ ਸਾਨੂੰ ਇਹਨਾਂ ਚਲਾਕੀਆਂ ਚਤਰਾਈਆਂ ਦੇ ਵਿੱਚੋਂ ਵੀ ਕੱਢਿਆ ਕਿ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਸੋ ਇਹ ਜਿਹੜੇ ਸਾਡੇ ਆਪਣੇ ਰਚੇ ਹੋਏ ਢੰਗ ਸੀ, ਇਹਨਾਂ ਦੇ ਨਾਲ ਸਗੋਂ ਸਾਡੇ ਅੰਦਰ ਹੋਰ ਹਉਮੈ ਵੱਧਦੀ ਗਈ, ਹਉਮੈ ਦੀ ਕੰਧ ਭਾਰੀ ਹੁੰਦੀ ਗਈ। ਪਰ ਇਹ ਹਉਮੈ ਦੀ ਕੰਧ ਜਿਹੜੀ ਸੀ ਟੁੱਟਣੀ ਸੀ। ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਵਿੱਚ ਚੱਲ ਕੇ ਮਾਇਆ ਮੋਹ ਸਭੋ ਜਗ ਸੋਇਆ, ਇਹ ਮਾਇਆ ਦੇ ਮੋਹ ਵਿੱਚ ਸਾਰੇ ਦਾ ਸਾਰਾ ਜਗਤ ਸੁੱਤਾ ਹੋਇਆ ਹੈ। ਅਸੀਂ ਦੁਨਿਆਵੀ ਤੌਰ 'ਤੇ ਅੱਖਾਂ ਕਰਕੇ ਜਾਗ ਰਹੇ ਹਾਂ, ਪਰੰਤੂ ਸਤਿਗੁਰੂ ਕਹਿੰਦੇ ਆਸਾ ਵਿੱਚ ਸੁੱਤੇ ਕਈ ਲੋਈ। ਅਸੀਂ ਦੁਨਿਆਵੀ ਆਸਾ ਖਹਿਸ਼ਾਂ ਵਾਸ਼ਨਾਵਾਂ ਦੇ ਵਿੱਚ ਸੁੱਤੇ ਹੋਏ ਹਾਂ। ਬੈਠੇ ਅਸੀਂ ਗੁਰਸਥਾਨ 'ਤੇ ਹੁੰਨੇ, ਧਾਰਮਿਕ ਗ੍ਰੰਥ ਪੋਥੀਆਂ ਨੂੰ ਪੜ੍ਹ ਰਹੇ ਹੁੰਨੇ ਹਾਂ, ਪਰ ਵਿਚਾਰ ਮੰਡਲ ਦੀ ਜੇ ਅਸੀਂ ਗੱਲ ਕਰ ਲਈਏ ਤੇ ਆਸਾ ਖਹਿਸ਼ਾਂ ਦੇ ਵਿੱਚ ਅਸੀਂ ਸੁੱਤੇ ਹੁੰਨੇ ਹਾਂ। ਇਹ ਵੀ ਨਹੀਂ ਪਤਾ ਲੱਗਦਾ ਮੈਂ ਪੜ੍ਹ ਕੀ ਰਿਹਾ ਸੀ, ਮੈਂ ਕਰ ਕੀ ਰਿਹਾ ਸੀ। ਮਾਇਆ ਮੋਹ ਸਭੋ ਜਗ ਸੋਇਆ, ਇਹ ਭਰਮ ਕਹੋ ਕਿਉਂ ਜਾਈ। ਇਹ ਜਿਹੜਾ ਪਿਆ ਹੋਇਆ ਭਰਮ ਹੈ, ਭੁਲੇਖਾ ਹੈ, ਇਹ ਕਿਹੜੇ ਢੰਗ ਨਾਲ ਜਾ ਸਕਦਾ ਹੈ? ਇਹ ਸਵਾਲ ਨੇ। ਏਕਾ ਸੰਗਤ ਇਕਤ ਗ੍ਰਹਿ ਬਸਤੇ, ਇੱਕੋ ਹੀ ਜਗ੍ਹਾ ਹੈ, ਇੱਕੋ ਹੀ ਸੰਗਤ ਹੈ, ਔਰ ਇੱਕ ਹੀ ਘਰ ਦੇ ਵਿੱਚ, ਹਿਰਦੇ ਘਰ ਦੇ ਵਿੱਚ ਵਸਦੇ ਨੇ। ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਕਿਉਂਕਿ ਆਤਮਾ ਵੀ ਅੰਦਰ ਹੈ ਤੇ ਪਰਮਾਤਮਾ ਵੀ ਅੰਦਰ ਹੈ, ਔਰ ਹਿਰਦਾ ਰੂਪੀ ਸੇਜ, ਇਹ ਹਿਰਦਾ ਰੂਪੀ ਘਰ ਵੀ ਇੱਕ ਹੈ। ਇਕੱਠੇ ਹੋਣ ਦੇ ਬਾਵਜੂਦ ਵੀ ਇਹ ਜਿਹੜੀ ਸਾਡੀ ਆਤਮਾ ਜਿਹੜੀ ਹੈ ਉਹ ਪਰਮਾਤਮਾ ਦੇ ਨਾਲ ਵਿਚਾਰ ਨਹੀਂ ਕਰਦੀ, ਉਹਦੇ ਸੁਮੇਲ ਨੂੰ ਪ੍ਰਾਪਤ ਕਰਨ ਤੋਂ ਵੇ ਹੁਣੀ ਰਹਿ ਜਾਂਦੀ ਹੈ। ਏਕ ਬਸਤ ਬਿਨ ਪੰਚ ਦੋਹੇਲੇ, ਉਹ ਬਸਤ ਅਗੋਚਰ ਠਾਈ। ਏਕ ਬਸਤ ਜੋ ਨਾਮ ਪਦਾਰਥ ਹੈ, ਉਸ ਤੋਂ ਬਿਨਾਂ ਏਕ ਬਸਤ ਪਰਮੇਸ਼ਰ ਦੇ ਨਾਮ ਪਦਾਰਥ ਤੋਂ ਬਿਨਾਂ ਪੰਚ ਦੋਹੇਲੇ, ਜਿਹੜੇ ਸਾਡੇ ਪੰਜ ਗਿਆਨ ਇੰਦਰੇ ਨੇ, ਇਹ ਵੀ ਬੜੇ ਦੁਖੀ ਨੇ। ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਦੇ ਵਿੱਚ ਲੱਗਿਆ ਹੋਇਆ ਵਿਅਕਤੀ ਜਿਹੜਾ ਹੈ ਉਹ ਹਰ ਵੇਲੇ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦਾ ਹੈ। ਤੇ ਇਹਨਾਂ ਦੁੱਖਾਂ ਦੇ ਵਿੱਚ, ਇਹਨਾਂ ਲਲਸਾਵਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ ਲੱਗਿਆ ਹੋਇਆ ਉਹ ਜੋ ਅਗੋਚਰ ਵਸਤ ਹੈ, ਹਰ ਨਾਮ ਪਦਾਰਥ, ਉਸ ਨੂੰ ਪ੍ਰਾਪਤ ਕਰਨ ਤੋਂ ਵੇ ਹੁਣੇ ਰਹਿ ਜਾਂਦੇ ਨੇ। ਉਹ ਬਸਤ ਅਗੋਚਰ ਠਾਈ, ਠਾਈ ਹੁੰਦਾ ਥਾਂ, ਅਗੋਚਰ ਜਿਹਦੇ ਤੱਕ ਸਾਡੀਆਂ ਗਿਆਨ ਇੰਦਰੀਆਂ ਆਦਿ ਦੀ ਪਹੁੰਚ ਨਹੀਂ ਹੈ।
ਜਿਹਦੇ ਬਾਰੇ ਭਗਤ ਕਬੀਰ ਸਾਹਿਬ ਜੀ ਦੇ ਸ਼ਬਦਾਂ ਦੇ ਅੰਦਰ ਸਾਨੂੰ ਇਹ ਸੇਧ ਮਿਲਦੀ ਹੈ, ਅੰਧਿਆਰੈ ਦੀਪਕ ਚਾਹੀਐ, ਇੱਕ ਬਸਤ ਅਗੋਚਰ ਲਹੀਐ, ਬਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਹੁਣ ਇਸ ਹਨੇਰੇ ਦੇ ਵਿੱਚ ਸਾਡੇ ਕੋਲ ਚਾਨਣ ਦੀ ਜ਼ਰੂਰਤ ਸੀ, ਗਿਆਨ ਦੇ ਦੀਵੇ ਦੀ ਜ਼ਰੂਰਤ ਸੀ, ਸਤਿਗੁਰੂ ਸ਼ਬਦ ਉਜਾਰੋ ਦੀਪਾ ਦੀ ਜ਼ਰੂਰਤ ਸੀ। ਫਿਰ ਇਹ ਜਿਹੜੀ ਅਗੋਚਰ ਜਿਹਦੇ ਤੱਕ ਸਾਡੀਆਂ ਇੰਦਰੀਆਂ ਦੀ ਪਹੁੰਚ ਨਹੀਂ ਹੈ, ਉਹ ਹਰ ਨਾਮ ਪਦਾਰਥ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ। ਇਹ ਜਿਸ ਦਾ ਘਰ ਹੈ ਉਸ ਨੇ ਇਸ ਨੂੰ ਮਾਇਆਵੀ ਮੋਹ ਦਾ ਜ਼ੰਦਰਾ ਮਾਰਿਆ ਹੋਇਆ ਹੈ, ਪਰ ਇਹਦੀ ਕੁੰਜੀ ਜਿਹੜੀ ਹੈ ਉਹ ਗੁਰੂ ਨੂੰ ਸੌਂਪੀ ਹੋਈ ਹੈ। ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਗੁਰਪੁਰ ਵਾਸੀ, ਉਹ ਇੱਕ ਬੜਾ ਪਿਆਰਾ ਦ੍ਰਿਸ਼ਟਾਂਤ ਦਿਆ ਕਰਦੇ ਸੀ। ਕਹਿੰਦੇ ਇੱਕ ਵਾਰ ਕਿਸੇ ਰਾਜੇ ਨੇ ਬੜਾ ਸੁੰਦਰ ਬਾਗ ਬਣਾਇਆ ਤੇ ਉਸ ਸੁਹਾਵਣੇ ਬਾਗ ਦੇ ਵਿੱਚ ਇੱਕ 7 ਮੰਜ਼ਲੀ ਇਮਾਰਤ ਤਿਆਰ ਕਰ ਲਈ, ਔਰ 7 ਮੰਜ਼ਲੀ ਇਮਾਰਤ ਤਿਆਰ ਕਰਕੇ ਫਿਰ ਉਸਨੇ ਇੱਕ ਐਲਾਨ ਕਰ ਦਿੱਤਾ ਸੀ ਕਿ ਜਿਹੜਾ ਵੀ ਮੈਨੂੰ ਲੱਭ ਲਵੇਗਾ ਸਾਰੇ ਦਾ ਸਾਰਾ ਬਾਗ ਉਹਦਾ ਹੋਵੇਗਾ, ਸਮੇਤ ਇਸ ਵੱਡੇ ਮਹੱਲ ਦੇ। ਪਰ ਆਪ ਉਸਨੇ ਕੀ ਕੀਤਾ ਕਿ ਜਿਹੜਾ ਉਸਦਾ ਮਾਲੀ ਸੀ, ਉਸਦਾ ਸੇਵਾਦਾਰ ਸੀ, ਜਾਣਕਾਰ ਸੀ, ਸਲਾਹਕਾਰ ਸੀ, ਜਿਵੇਂ ਅਸੀਂ ਕਹਿ ਲਈਏ, ਉਹਦੇ ਨਾਲ ਵਿਚਾਰ ਕੀਤੀ। ਆਪ ਇੱਕ ਹੇਠਲੀ ਕੋਠੜੀ ਦੇ ਅੰਦਰ ਬੈਠ ਗਿਆ, ਉਹਨੂੰ ਕਿਹਾ ਤਾਂ ਤੂੰ ਲੋਕ ਲਾ ਕੇ ਆਲੇ ਦੁਆਲੇ ਮਿੱਟੀ ਪਾ ਦੇ। ਜਿੱਦਣ ਗੁਰਮੁਖੋ ਇਹ ਦਿਨ ਨਿਯਤ ਕੀਤਾ ਹੋਇਆ ਆਇਆ ਤੇ ਬਹੁਤ ਸਾਰੇ ਲੋਕ ਆ ਗਏ। ਹਾਲਾਂਕਿ ਉਸਨੇ ਇਹ ਗੱਲ ਕਹੀ ਹੋਈ ਸੀ ਕਿ ਭਾਈ ਇਸ ਬਾਗ ਦੇ ਵਿੱਚ ਆਣ ਕੇ ਕੋਈ ਫੁਹਾਰਿਆਂ ਨੂੰ ਨਾ ਤੋੜੇ, ਕੋਈ ਫਲਾਂ ਜਾਂ ਫੁੱਲਾਂ ਨੂੰ ਨਾ ਤੋੜੇ, ਇੰਨਾ ਜ਼ਰੂਰ ਖਿਆਲ ਰੱਖ ਲਿਓ। ਪਰ ਜ਼ਿਆਦਾਤਰ ਇਹ ਸੀ ਲੋਕਾਂ ਦੇ ਮਨ ਦੇ ਵਿੱਚ ਵੀ ਜਿਹੜੀਆਂ ਗੱਲਾਂ ਤੋਂ ਸਾਨੂੰ ਵਰਜਿਆ ਹੋਇਆ ਅਸੀਂ ਉਹ ਕੰਮ ਕਰਨੇ ਹੀ ਕਰਨੇ ਆ। ਹੋ ਸਕਦਾ ਕਿਸੇ ਬੂਟੇ ਦੇ ਥੱਲੇ ਬੈਠਾ ਹੋਵੇ ਰਾਜਾ, ਉਹਨੇ ਆਪਣਾ ਘਰ ਬਣਾਇਆ ਹੋਵੇ, ਜਾਂ ਕਿਸੇ ਫੁਹਾਰੇ ਦੇ ਥੱਲੇ ਹੋਵੇ। ਉਹਨਾਂ ਨੇ ਆਪਣੇ ਆਪਣੇ ਢੰਗ ਨਾਲ ਯਤਨ ਕਰਨੇ ਸ਼ੁਰੂ ਕਰ ਲਏ। ਸਾਰਾ ਬਾਗ ਜਿਹੜਾ ਸੀ ਉਹਦਾ ਨਾਸ਼ ਕਰਕੇ ਰੱਖ ਦਿੱਤਾ। ਜਿਵੇਂ ਦੁਨੀ ਸੁਹਾਵਾ ਬਾਗ ਅੱਜ ਦੇ ਸਮੇਂ ਦੇ ਵਿੱਚ ਰਾਜਨੀਤਿਕ ਤੌਰ 'ਤੇ ਵੀ ਅਸੀਂ ਵੇਖਦੇ ਹਾਂ, ਅਤੇ ਧਾਰਮਿਕ ਤੌਰ 'ਤੇ ਵੀ, ਸਮਾਜਿਕ ਤੌਰ 'ਤੇ ਵੀ ਵੇਖਦੇ ਹਾਂ, ਆਰਥਿਕ ਤੌਰ 'ਤੇ ਵੀ ਵੇਖਦੇ ਹਾਂ। ਹਰ ਇੱਕ ਬੰਦਾ ਉਜਾੜ ਹੀ ਕਰ ਰਿਹਾ ਹੈ, ਦੂਜਿਆਂ ਨੂੰ ਉਜਾੜ ਹੀ ਰਿਹਾ ਹੈ। ਹੁਣ ਇੱਕ ਬੰਦਾ ਬੜਾ ਸਿਆਣਾ ਸੀ, ਉਹਨੇ ਜਿਹੜਾ ਬਾਗ ਦਾ ਮਾਲੀ ਸੀ ਉਹਦੇ ਨਾਲ ਗੱਲ ਕੀਤੀ ਕਿ ਮਿੱਤਰਾ, ਸਾਡੀ ਸਮਝ ਤੋਂ ਪਰੇ ਹੈ, ਤੂੰ ਸਾਨੂੰ ਦੱਸ ਕਿ ਅਸੀਂ ਉਸ ਰਾਜੇ ਨੂੰ ਕਿਵੇਂ ਮਿਲ ਸਕਦੇ ਹਾਂ। ਤੇ ਉਹਨੇ ਕਿਹਾ, ਮਿੱਤਰਾ ਆਹ ਚਾਬੀ ਮੇਰੇ ਕੋਲ ਹੈ, ਇਹ ਜਿਹੜੀ ਮਿੱਟੀ ਪਈ ਹੋਈ ਹੈ ਇਸ ਢੇਰੀ ਨੂੰ ਬੰਨੇ ਕਰ ਲਾ, ਤੇ ਥੱਲੜੇ ਪਾਸੇ ਕੋਠੜੀ ਹੈ, ਆਹ ਚਾਬੀ ਲਾ ਕੇ ਅੰਦਰ ਚਲਿਆ ਜਾਵੀਂ। ਹੁਣ ਜਿੰਨੇ ਤੇ ਗੁਰੂ ਨੂੰ ਪੁੱਛ ਲਿਆ, ਉਹਨੇ ਤੇ ਆਪਣੀ ਦੇਹ ਅਧਿਆਸ ਦੀ ਢੇਰੀ ਜਿਹੜੀ ਹੈ, ਸਰੀਰਕ ਮੋਹ ਜਿਹੜਾ ਸਾਡਾ, ਉਹਨੇ ਤੇ ਦੇਹ ਅਧਿਆਸ ਦੀ ਢੇਰੀ, ਮਿੱਟੀ ਦੀ ਢੇਰੀ ਨੂੰ ਇੱਕ ਬੰਨੇ ਕਰ ਲਿਆ, ਤੇ ਗੁਰੂ ਨੇ ਜਿਹੜੀ ਕੁੰਜੀ ਸੌਂਪੀ ਹੋਈ ਸੀ ਉਹਦੇ ਨਾਲ ਜਿੰਦਰੇ ਨੂੰ ਖੋਲ੍ਹਿਆ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕਣਾ, ਉਗੜੇ ਅਵਰ ਨ ਕੁੰਜੀ ਹੱਥ। ਉਹਨਾਂ ਨੇ ਤੇ ਉਸ ਰਾਜੇ ਦੀ ਪ੍ਰਾਪਤੀ ਕਰ ਲਈ ਜਿਹਦੇ ਬਾਰੇ ਕਬੀਰ ਸਾਹਿਬ ਕਹਿੰਦੇ ਨੇ, ਅਬ ਤੋਂ ਜਾਏ ਚੱਡੇ ਸਿੰਘਾਸਨ ਮਿਲਹਿ, ਸਾਰੰਗ ਪਾਣੀ ਰਾਮ ਕਬੀਰਾ ਏਕ ਪੈ ਹੈ, ਕੋਈ ਨਾ ਸਕੇ ਪਛਾਨੀ। ਗੁਰੂ ਕਿਰਪਾ ਕਰਦਾ ਹੈ, ਗੁਰੂ ਦੇ ਹੱਥ ਵਿੱਚ ਕੁੰਜੀ ਹੈ। ਜਿਵੇਂ ਅਸੀਂ ਇੱਕ ਆਮ ਸ਼ਬਦ ਪੜ੍ਹਦੇ, ਸੰਤਨ ਹੱਥ ਰਾਖੀ ਕੁੰਜੀ, ਇੱਥੇ ਵੀ ਜਿਹੜੇ ਸਤਿਪੁਰਖ ਨੇ ਉਹਨਾਂ ਦੇ ਕੋਲ ਹੈ। ਇਹ ਨਹੀਂ ਹੈ ਕਿ ਕੋਈ ਜਣਾ ਖਣਾ ਮੇਰੇ ਵਰਗਾ ਜਿਹਨੇ ਧਰਿਗ ਵੇਹਾ ਜੀਵਿਆ, ਖਾਏ ਵਧਾਇਆ ਪੇਟ, ਲੋਕਾਂ ਦੇ ਤੋਰੀ ਫੁਲਕੇ ਤੇ ਚੱਲਣ ਵਾਲਾ, ਉਹ ਕਵੇ ਲਓ ਜੀ ਮੈਂ ਸੰਤਾਂ ਜੀ, ਮੈਂ ਤੁਹਾਨੂੰ ਕੁੰਜੀ ਦੇਣਾ। ਅਸਲ ਉਹ ਸਾਧੂ ਹੈ ਜਿਹੜਾ ਤੁਹਾਨੂੰ ਕਹਿੰਦਾ ਹੈ ਕਿ ਭਾਈ ਗੁਰੂ ਕੇ 5 ਪਿਆਰੇ ਸਾਹਿਬਾਨ ਦੇ ਕੋਲ ਜਾ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੰਡੇ ਦੀ ਪੌਲ ਪ੍ਰਾਪਤ ਕਰ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗ। ਤੇ ਜਿਹੜਾ ਆਪਣੇ ਗਿੱਟਿਆਂ ਗੋਡਿਆਂ ਨਾਲ ਜੋੜਦਾ ਹੈ ਉਹ ਤਾਂ ਸਗੋਂ ਗੁਰੂ ਦਾ ਸ਼ਰੀਕ ਬਣ ਕੇ ਬੈਠਾ ਹੈ, ਪਰਮੇਸ਼ਰ ਦਾ ਸ਼ਰੀਕ ਬਣ ਕੇ ਬੈਠਾ ਹੋਇਆ ਹੈ। ਇਸ ਗੱਲ ਨੂੰ ਜ਼ਰੂਰ ਖਿਆਲ ਵਿੱਚ ਰੱਖ ਲੈਣਾ। ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਨ ਕਿਉ ਪਾਵ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸ਼ਰਨਾਈ। ਸਤਿਗੁਰੂ ਜੀ ਦੀ ਸ਼ਰਨ ਤੋਂ ਬਿਨਾਂ ਮਨੁੱਖ ਕਿੰਨੇ ਵੀ ਯਤਨ ਉਪਾਅ ਕਰ ਲਵੇ, ਉਹ ਕਦੇ ਵੀ ਆਪਣੇ ਇਸ ਜੀਵਨ ਦੇ ਲਕਸ਼ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਜਿਨ ਕੇ ਬੰਧਨ ਕਾਟੇ ਸਤਿਗੁਰ, ਤਿਨ ਸਾਧ ਸੰਗਤ ਲਿਵ ਲਾਈ। ਜਿਨ੍ਹਾਂ ਦੇ ਬੰਧਨ ਸਤਿਗੁਰੂ ਨੇ ਕੱਟ ਦਿੱਤੇ, ਉਹਨਾਂ ਦੀ ਸਤ ਸੰਗਤ ਵਿੱਚ ਜਾਣ ਕਰਕੇ, ਗੁਰੂ ਦੇ ਸ਼ਬਦ ਦੇ ਨਾਲ ਸੁਰਤ ਦਾ ਸ਼ਮੇਲ ਹੋਣ ਕਰਕੇ ਲਵਲੀਨਤਾ ਦੀ ਪ੍ਰਾਪਤੀ ਹੋ ਗਈ। ਉਹਨਾਂ ਦੀ ਲਿਵ ਨਿਰੰਕਾਰ ਨਾਲ ਜੁੜਨੀ ਸ਼ੁਰੂ ਹੋ ਗਈ। ਰੰਗ ਲਾਗਤ ਲਾਗਤ ਅਲਾਗਤ ਹੈ, ਪੰਚ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਪਾਈ।
ਹੁਣ ਇਹ ਜਿਹੜੇ ਪੰਜੇ ਗਿਆਨ ਇੰਦਰੀ ਸੀ ਇਹ ਵੀ ਨਾਲ ਰਲ ਗਏ। ਪੰਜ ਜਨਾ ਮਿਲ ਮੰਗਲ ਗਾਇਆ, ਵਾਹਿਗੁਰੂ ਅਕਾਲ ਪੁਰਖ ਜੀ ਦੀ ਸਿਫਤ ਸਲਾਹ ਨੂੰ ਗਾਉਣਾ ਸ਼ੁਰੂ ਕਰ ਦਿੱਤਾ। ਫਿਰ ਹੋਇਆ ਕਿ ਹਰ ਨਾਨਕ ਭੇਦ ਨਾ ਭਾਈ, ਹੈ ਭਾਈ ਜਨੋ, ਫਿਰ ਉਸ ਪਰਮੇਸ਼ਰ ਤੇ ਪਰਮੇਸ਼ਰ ਦੇ ਪਿਆਰੇ ਦੇ ਵਿੱਚ ਕੋਈ ਫਰਕ ਨਾ ਰਹਿ ਗਿਆ, ਦੋਵੇਂ ਇੱਕ ਰੂਪ ਹੋ ਗਏ। ਮੇਰੇ RAM ਰਾਏ ਇਨ ਵਿਦ ਮਿਲੇ ਗੁਸਾਈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਬਦ ਦੇ ਅੰਤਲੇ ਪਦੇ ਦੇ ਰਾਹੀਂ ਜੋ ਰਹਾਉ ਵਾਲਾ ਬੰਦ ਹੈ ਤਿਸ ਦੇ ਰਾਹੀਂ ਕਿਰਪਾ ਕਰ ਰਹੇ ਨੇ ਕਿ ਹਾਂ ਇਹ ਢੰਗ ਹੈ ਜਿਨ ਕੇ ਬੰਧਨ ਕਾਟੇ ਸਤਿਗੁਰ, ਤਿਨ ਸਾਧ ਸੰਗਤ ਲਿਵ ਲਾਈ, ਪੰਚ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨ ਪਾਈ, ਮੇਰੇ RAM ਰਾਏ ਇਨ ਵਿਦ ਮਿਲੇ ਗੁਸਾਈ। ਹੇ ਮੇਰੇ ਪ੍ਰਭੂ ਪਾਤਸ਼ਾਹ ਜੀ, ਇਸ ਢੰਗ ਦੇ ਨਾਲ ਸਾਰੀ ਧਰਤੀ ਦੇ ਮਾਲਕ ਦੀ ਪ੍ਰਾਪਤੀ ਹੋ ਜਾਂਦੀ ਹੈ, ਮਿਲਾਪ ਹੋ ਜਾਂਦਾ ਹੈ। ਸਹਿਜ ਭਇਆ ਭਰਮ ਖਿਨਮੇ ਨਾਠਾ, ਮਿਲ ਜੋਤੀ ਜੋਤ ਸਮਾਈ ਰਹਾਓ। ਫਿਰ ਅੰਦਰਲੀ ਸਹਿਜਤਾਈ ਬਣ ਗਈ, ਆਤਮਿਕ ਡੋਲਤਾ ਦੀ ਪ੍ਰਾਪਤੀ ਹੋ ਗਈ, ਮਨ ਦੇ ਅੰਦਰੋਂ ਸਾਰੇ ਭਰਮ ਭੁਲੇਖੇ ਦੂਰ ਹੋ ਗਏ। ਹੁਣ ਜਿਹੜੇ ਤਰ੍ਹਾਂ ਤਰ੍ਹਾਂ ਦੇ ਵਿਕਲਪ ਆਦ ਉੱਠਦੇ ਸੀ, ਡਰ ਸਹਿ ਵਹਿਮ ਭਰਮ, ਇਹ ਸਾਰੇ ਦੇ ਸਾਰੇ ਖਤਮ ਹੋ ਗਏ। ਸਹਿਜ ਭਇਆ ਭਰਮ ਖਿਨ ਮੈਂ ਨਾਠਾ, ਖਿਨ ਅੱਖ ਦੇ ਝਮੱਕੇ ਵਿੱਚ ਸਾਰੇ ਭਰਮ ਭੁਲੇਖੇ ਦੂਰ ਹੋ ਗਏ। ਮਿਲ ਜੋਤੀ ਜੋਤ ਸਮਾਈ, ਫਿਰ ਉਸ ਦੀ ਜੋਤ ਜਿਹੜੀ ਸੀ, ਆਤਮਾ ਜਿਹੜੀ ਸੀ, ਪਰਮਾਤਮਾ ਦੇ ਨਾਲ ਇੱਕ ਹੋ ਗਈ। ਇਹਨੂੰ ਕਿਹਾ ਜਾਂਦਾ ਹੈ ਜੋਤੀ ਜੋਤ ਸਮਾਉਣਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਕਿ ਅੱਜ ਦੇ ਹੋਏ ਗੁਰ ਸ਼ਬਦ ਦੀ ਵਿਚਾਰ ਸਿਮਰਨ ਬਣ ਕੇ ਆਪਾਂ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸ ਜਾਵੇ। ਸੋ ਕਟਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਦੇ ਸਦਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪ ਸਰਬੱਤ ਸੰਗਤਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਅਵਸਰ ਦੇ ਕੇ ਨਵਾਜਿਆ ਹੈ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।